बहुत ही प्यारे बच्चों, ਅੱਜ ਆਪਾਂ ਪੰਜਾਬੀ ਕਾਵ ਝਲਕਾਂ ਤੇ ਇਤਿਹਾਸ ਤਹਿਤ ਬੁੱਲੇ ਸ਼ਾਹ ਜੀ ਦੀਆਂ ਰਚਨਾਵਾਂ ਪੜ੍ਹਾਂਗੇ। ਸੋ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਬੁੱਲੇ ਸ਼ਾਹ ਜੀ ਦੀ ਜ਼ਿੰਦਗੀ ਦੇ ਬਾਰੇ ਕੁਝ ਗੱਲਾਂ ਜ਼ਰੂਰ ਦੱਸਾਂਗੇ ਬੱਚਿਓ। ਬੁੱਲੇ ਸ਼ਾਹ ਪੰਜਾਬੀ ਦੇ ਮਹਾਨ ਸੂਫੀ ਕਵੀ ਹੋਏ ਹਨ। ਆਪ ਦਾ ਜਨਮ ਪਾਕਿਸਤਾਨ ਦੇ ਜ਼ਿਲ੍ਹਾ ਲਾਹੌਰ ਦੇ ਪ੍ਰਸਿੱਧ ਕਸਬੇ ਕਸੂਰ ਦੇ ਨੇੜਲੇ ਪਿੰਡ ਪਾਂਡੋਕੇ ਵਿੱਚ ਮੀਆਂ ਮੁਹੰਮਦ ਦਰਵੇਸ਼ ਦੇ ਘਰ ਹੋਇਆ। ਬੁੱਲੇ ਸ਼ਾਹ ਨੇ ਮੁੱਢਲੀ ਸਿੱਖਿਆ ਆਪਣੇ ਪਿੰਡ ਦੇ ਸਕੂਲ ਵਿੱਚੋਂ ਹੀ ਪ੍ਰਾਪਤ ਕੀਤੀ ਅਤੇ ਫਿਰ ਕਸੂਰ ਆ ਕੇ ਰਹਿਣ ਲੱਗੇ। ਲਾਹੌਰ ਆ ਕੇ ਸ਼ਾਹ ਇਨਾਇਤ ਨੂੰ ਆਪਣਾ ਗੁਰੂ ਮੰਨਿਆ, ਜਿਸ ਦੇ ਪ੍ਰੇਮ ਨੇ ਆਪ ਨੂੰ ਅਧਿਆਤਮਿਕ ਉਚਾਈਆਂ ਤੱਕ ਪਹੁੰਚਾਇਆ। ਬੁੱਲੇ ਸ਼ਾਹ ਨੇ ਦਿਖਾਵੇ ਲਈ ਨਿਭਾਈਆਂ ਜਾਂਦੀਆਂ ਰਹੁ ਰੀਤਾਂ ਦਾ ਖੰਡਨ ਕੀਤਾ ਅਤੇ ਸੱਚੇ ਦਿਲੋਂ ਪਰਮਾਤਮਾ ਦਾ ਨਾਂ ਲੈਣ ਉੱਤੇ ਜ਼ੋਰ ਦਿੱਤਾ। ਬੁੱਲੇ ਸ਼ਾਹ ਨੇ ਕਾਫੀਆਂ, ਦੋੜੇ, ਗੰਢਾਂ ਅਤੇ ਅਠਵਾਰੇ ਆਦਿ ਕਾਵਿ ਰੂਪਾਂ ਵਿੱਚ ਸਿਰਜਣਾ ਕੀਤੀ, ਪਰ ਆਪ ਦੀਆਂ ਕਾਫੀਆਂ ਨੂੰ ਸਭ ਤੋਂ ਵੱਧ ਪ੍ਰਸਿੱਧੀ ਮਿਲੀ। ਆਪ ਨੇ ਇਸਲਾਮੀ ਸ਼ਰ੍ਹਾ ਵਿੱਚ ਕੇਵਲ ਦਿਖਾਵਾ ਕਰਨ ਦਾ ਬੜੇ ਜ਼ੋਰਦਾਰ ਸ਼ਬਦਾਂ ਵਿੱਚ ਖੰਡਨ ਕੀਤਾ। ਆਪ ਦੇ ਖੁੱਲ੍ਹੇ ਖੁਲਾਸੇ ਅੰਦਾਜ਼ ਕਾਰਨ ਅਤੇ ਕਵਿਤਾ ਵਿਚਲੇ ਵੇਰਵੇ ਪੰਜਾਬੀ ਲੋਕ ਸੰਸਕ੍ਰਿਤੀ ਨਾਲ ਸੰਬੰਧਿਤ ਹੋਣ ਕਰਕੇ ਆਪ ਦੀਆਂ ਰਚਨਾਵਾਂ ਪੰਜਾਬ ਭਰ ਵਿੱਚ ਹਰਮਨ ਪਿਆਰੀਆਂ ਹੋਈਆਂ। ਹਥਲੇ ਕਾਵਿ ਸੰਗ੍ਰਹਿ ਵਿੱਚ ਸ਼ਾਮਿਲ ਕੀਤੀਆਂ ਗਈਆਂ ਕਾਫੀਆਂ ਵਿੱਚ ਆਪ ਨੇ ਆਪਣੇ ਇਸ਼ਟ ਨੂੰ ਪਾਉਣ ਦੀ ਤਾਂਘ, ਸੱਚ ਬੋਲਣ, ਦੁਨਿਆਵੀ ਕੰਮਾਂ ਵਿੱਚ ਰੁੱਝੇ ਰਹਿਣ ਅਤੇ ਬਾਹਰੀ ਦਿਖਾਵੇ ਦੀ ਨਿਖੇਧੀ ਦੇ ਭਾਵ ਪ੍ਰਗਟ ਕੀਤੇ ਹਨ। ਸੋ ਬੱਚਿਓ, ਆਪ ਜੀ ਦੀਆਂ ਰਚਨਾਵਾਂ ਨੇ ਬੜੇ ਸੋਹਣੇ ਢੰਗ ਨਾਲ ਗਾਈਆਂ ਜਾਂਦੀਆਂ ਨੇ। ਬਹੁਤ ਉੱਚ ਕੋਟੀ ਦੇ ਗਾਇਕ ਨੇ ਜਿਹੜੇ ਉਹਨਾਂ ਨੇ ਆਪ ਜੀ ਦੀਆਂ ਰਚਨਾਵਾਂ ਗਾਈਆਂ ਨੇ। ਸੁਣਿਆ ਕਰੋ ਬੱਚਿਓ, ਠੀਕ ਹੈ। ਅਤੇ ਉਹਨਾਂ ਦੀ ਜਿਹੜੀ ਰਚਨਾ ਹੈ, ਸਭ ਤੋਂ ਪਹਿਲਾਂ ਆਪਾਂ ਪੜ੍ਹਾਂਗੇ ਮੂੰਹ ਆਈ ਬਾਤ ਨਾ ਰਹਿੰਦੀ ਏ। ਅਤੇ ਆਪ ਜੀ ਦੀਆਂ ਰਚਨਾਵਾਂ ਦੇ ਆਪਾਂ ਪ੍ਰਸੰਗ ਇੱਕ ਵਾਰ ਕਰ ਲਈ ਬੱਚਿਓ ਕਿ ਇਹ ਕਾਵਿ ਟੋਟਾ ਮੱਧਕਾਲੀਨ ਪੰਜਾਬੀ ਕਾਵਿ ਝਲਕਾਂ ਅਤੇ ਇਤਿਹਾਸ ਪੁਸਤਕ ਵਿੱਚ ਦਰਜ ਬੁੱਲੇ ਸ਼ਾਹ ਜੀ ਦੀ ਲਿਖੀ ਹੋਈ ਕਾਫੀ ਮੂੰਹ ਆਈ ਬਾਤ ਨਾ ਰਹਿੰਦੀ ਏ ਵਿੱਚੋਂ ਲਿਆ ਗਿਆ ਹੈ। ਠੀਕ ਹੈ, ਇੰਨਾ ਕੁ ਤੁਸੀਂ ਹਰ ਕਿਤੇ ਲਿਖੋਗੇ, ਚਾਹੇ ਬੁੱਲੇ ਸ਼ਾਹ ਜੀ ਦੀ ਕੋਈ ਵੀ ਰਚਨਾ ਆ ਜਾਂਦੀ ਹੈ, ਤੁਸੀਂ ਇੰਨਾ ਕੁ ਜ਼ਰੂਰ ਲਿਖੋਗੇ। ਉਸ ਤੋਂ ਇਲਾਵਾ ਤੁਸੀਂ ਜਿਹੜੀ ਵਿਆਖਿਆ ਦੇ ਵਿੱਚੋਂ ਜਿਹੜੀਆਂ ਸਤਰਾਂ ਦੇ ਵਿੱਚ ਸ਼ਾਮਿਲ ਕਰਨੀਆਂ ਨੇ ਕਿ ਇਹ ਕਾਫੀ ਵਿੱਚ ਬੁੱਲੇ ਸ਼ਾਹ ਨੇ ਆਪਣੇ ਸੂਫੀ ਵਿਚਾਰਾਂ ਅਨੁਸਾਰ ਰੂਹਾਨੀ ਪੰਧ ਨਾਲ ਸੰਬੰਧਿਤ ਕੁਝ ਹਕੀਕਤਾਂ ਨੂੰ ਬਿਆਨ ਕੀਤਾ ਹੈ। ਜਿਵੇਂ ਹੁਣ ਆਪਾਂ ਦੇਖਦੇ ਹਾਂ, ਮੂੰਹ ਆਈ ਬਾਤ ਨਾ ਰਹਿੰਦੀ ਏ, ਝੂਠ ਆਖਾਂ 'ਤੇ ਕੁਝ ਬਚਦਾ ਏ, ਸੱਚ ਆਖਿਆਂ ਭਾਂਬੜ ਮੱਚਦਾ ਏ, ਜੀ ਦੋਹਾਂ ਗੱਲਾਂ ਤੋਂ ਜੱਚਦਾ ਏ, ਜੱਚ ਜੱਚ ਕੇ ਜੇਬਾ ਕਹਿੰਦੀ ਏ, ਮੂੰਹ ਆਈ ਬਾਤ ਨਾ ਰਹਿੰਦੀ ਏ। ਬੱਚਿਓ, ਇਹ ਬਿਲਕੁਲ ਸੌਖਾ ਏ, ਇਹਦੇ ਵਿੱਚ ਮੈਨੂੰ ਲੱਗਦਾ ਵੀ ਆਪਾਂ ਨੂੰ ਕੋਈ ਰੱਟੇ ਲਾਉਣ ਦੀ ਜ਼ਰੂਰਤ ਨਹੀਂ ਹੈ। ਅਤੇ ਇਹ ਜਿਹੜੇ ਜਿੰਨੇ ਵੀ ਸੂਫੀ ਫਕੀਰ ਹੋਏ ਨੇ, ਜਿੰਨੇ ਵੀ ਕੋਈ ਵੀ ਮਹਾਨ ਹੋਏ ਨੇ, ਠੀਕ ਹੈ ਨਾ, ਇਨਸਾਨ ਜਿਹੜੇ ਕਿ ਮਤਲਬ ਚਾਹੇ ਉਹ ਗੁਰਮਤਿ ਕਾਵਿ ਹੈ, ਚਾਹੇ ਸੂਫੀ ਕਾਵਿ ਹੈ ਨਾ, ਜੋ ਵੀ ਮਹਾਨ ਇਨਸਾਨ ਹੋਏ ਨੇ ਬੱਚਿਓ, ਕਦੇ ਨਹੀਂ ਕਹਿੰਦੇ ਵੀ ਦਿਖਾਵੇ ਕਰੋ। ਉਹ ਹਮੇਸ਼ਾ ਕਹਿੰਦੇ ਨੇ ਵੀ ਦਿਖਾਵੇ ਨਹੀਂ ਕਰਨੇ ਹੈਗੇ ਤੁਸੀਂ, ਠੀਕ ਹੈ। ਬਾਹਰ ਤੁਸੀਂ ਇੱਦਾਂ ਦੇ ਬਾਣੇ ਪਾ ਲਓ ਵੀ ਤੁਸੀਂ ਸੂਫੀ ਫਕੀਰ ਲੱਗੋ, ਹੈ ਨਾ, ਤਾਂ ਇੱਦਾਂ ਦੇ ਬਿਲਕੁਲ ਕਰਨ ਦੀ ਜ਼ਰੂਰਤ ਨਹੀਂ ਹੈ। ਤੁਹਾਨੂੰ ਮਤਲਬ ਆਪਣੇ ਅੰਦਰੋਂ ਸਾਫ਼ ਕਰਨਾ ਚਾਹੀਦਾ। ਜੰਗਲਾਂ ਦੇ ਵਿੱਚ ਫਿਰਨ ਦੀ ਜ਼ਰੂਰਤ ਨਹੀਂ ਹੈ, ਤੁਸੀਂ ਆਪਣੇ ਅੰਦਰ ਆਪਣਾ ਦਿਲ ਸਾਫ਼ ਕਰੋ। ਬੁੱਲੇ ਸ਼ਾਹ ਜੀ ਕਹਿੰਦੇ ਹਨ ਕਿ ਜੇਕਰ ਮੈਂ ਰੱਬ ਨਾਲ ਆਪਣੀ ਇਕਮਿਕਤਾ ਦੇ ਅਨੁਭਵ ਸੰਬੰਧੀ ਝੂਠ ਕਹਿੰਦਾ ਹਾਂ ਤਾਂ ਕੁਝ ਬਚਾਅ ਹੁੰਦਾ ਹੈ, ਪਰ ਜੇਕਰ ਸੱਚ ਕਹਿੰਦਾ ਹਾਂ ਤਾਂ ਇਹ ਸ਼ਰਈ ਮੁਲਾਣਿਆਂ ਨੂੰ ਚੰਗਾ ਨਹੀਂ ਲੱਗਦਾ। ਸੱਚ ਸੁਣ ਕੇ ਹਰ ਇੱਕ ਦੇ ਮਨ ਵਿੱਚ ਮੇਰੇ ਵਿਰੁੱਧ ਗੁੱਸੇ ਦਾ ਭਾਂਬੜ ਮੱਚਦਾ ਏ। ਇਹ ਸੋਚ ਕੇ ਮੇਰਾ ਦਿਲ ਦੋਵੇਂ ਗੱਲਾਂ ਕਰਨ ਤੋਂ ਝਿਜਕਦਾ ਹੈ, ਪਰ ਅੰਤ ਇਸ ਝਿਜਕ ਨੂੰ ਛੱਡਦੀ ਹੋਈ ਮੇਰੀ ਜੀਭ ਇਹ ਕਹਿੰਦੀ ਹੈ ਕਿ ਮੂੰਹ ਆਈ ਸੱਚੀ ਗੱਲ ਰੁਕਦੀ ਨਹੀਂ, ਸਗੋਂ ਮੂੰਹ 'ਚੋਂ ਬਾਹਰ ਨਿਕਲ ਆਉਂਦੀ ਹੈ। ਉਹ ਦੱਸਦੇ ਨੇ ਜੋ ਮਤਲਬ ਉਹਨਾਂ ਦੇ ਧਰਮ ਦੇ ਜਿਹੜੀਆਂ ਕੁਰੀਤੀਆਂ ਸਨ, ਹੈ ਨਾ, ਉਸ ਸਮੇਂ ਜੋ ਮਤਲਬ ਕਹਿੰਦੇ ਸਨ ਦਿਖਾਵੇ ਨਹੀਂ ਕਰਨੇ। ਅਤੇ ਉਹ ਕਹਿੰਦੇ ਜੇ ਮੈਂ ਇੱਦਾਂ ਕਹਿਣਾ ਤਾਂ ਉਹ ਲੋਕ ਜਿਹੜੇ ਦਿਖਾਵੇ ਕਰਦੇ ਨੇ ਤਾਂ ਮੈਨੂੰ ਆ ਕੇ ਉਹ ਉਲਟ ਫੁਲਟ ਕਹਿਣਗੇ ਜਾਂ ਮਤਲਬ ਮੈਨੂੰ ਬਹੁਤ ਕੁਝ ਸਹਿਣਾ ਪਊਗਾ, ਠੀਕ ਹੈ ਨਾ। ਇਸ ਕਰਕੇ ਜੇ ਮੈਂ ਚੁੱਪ ਕਰਦਾ ਤਾਂ ਫਿਰ ਮੇਰਾ ਅੰਦਰ ਜੋ ਮਨ ਹੈ ਉਹ ਨਹੀਂ ਮੰਨਦਾ, ਇਸ ਕਰਕੇ ਮੈਂ ਕੀ ਕਰਾਂ, ਹੈ ਨਾ। ਉਸ ਤੋਂ ਬਾਅਦ ਜਿਸ ਪਾਇਆ ਭੇਤ ਕਲੰਦਰ ਦਾ, ਕਲੰਦਰ ਮਤਲਬ ਕੀ ਹੈ ਇੱਥੇ ਬੱਚਿਓ, ਕਲੰਦਰ ਇੱਥੇ ਪਰਮਾਤਮਾ ਨੂੰ ਲਿਆ ਗਿਆ, ਠੀਕ ਹੈ ਨਾ। ਕਲੰਦਰ ਵੈਸੇ ਉਂਝ ਆਪਾਂ ਮਦਾਰੀ ਨੂੰ ਕਹਿੰਦੇ ਹੁੰਦੇ ਹਾਂ,
ठीक है। पर इत्थे आपां कहने भी जिस पाया भेद कलंदर दा राह खोजिया अपने अंदर दा, भी बाहर दिखावे करन दी लोड़ नहीं, भी जिन्हां ने रब नूं पाउणा है ਉਹ ਆਪਣੇ ਅੰਦਰ ਦੇਖਣ, ਅੰਦਰ ਆਪਣੇ ਮਤਲਬ ਅੱਖਾਂ ਮੀਚ ਕੇ ਆਪਣੇ ਮਨ ਨੂੰ ਖੋਜਣ। ਉਹ ਵਾਸੀ ਹੈ ਸੁਖ ਮੰਦਰ ਦਾ, ਠੀਕ ਹੈ ਨਾ, ਵੀ ਉਹੀ ਸੱਚਾ ਵਾਸੀ ਹੈ ਸੁਖ ਮੰਦਰ ਦਾ। ਵੀ ਬਾਹਰਲੇ ਜਿਹੜੇ ਮੰਦਰ ਨੇ, ਮਸੀਤਾਂ ਨੇ, ਉਹਨਾਂ ਦਾ ਕੋਈ ਬੱਚੋ ਫਾਇਦਾ ਨਹੀਂ ਜਦੋਂ ਤੱਕ ਤੁਹਾਡਾ ਅੰਦਰ ਸਾਫ਼ ਨਹੀਂ ਹੋਏਗਾ। ਜਿੱਥੇ ਕੋਈ ਨਾ ਚੜ੍ਹਦੀ ਲੈਂਦੀ ਹੈ ਮੂੰਹ ਆਈ ਬਾਤ ਨਾ ਰਹਿੰਦੀ ਹੈ, ਵੀ ਉੱਥੇ ਕੋਈ ਚੜ੍ਹਦੀ ਲੈਂਦੀ ਨਹੀਂ, ਮਤਲਬ ਵੀ ਮੇਰਾ ਮਨ ਜਿਹੜੀ ਅਵਸਥਾ ਹੈ ਮਨ ਦੀ ਉਹ ਹਮੇਸ਼ਾ ਸਥਿਰ ਰਹਿੰਦੀ ਹੈ, ਅਤੇ ਇਸ ਕਰਕੇ ਜਿਹੜੀ ਮੇਰੀ ਮੂੰਹ ਆਈ ਬਾਤ ਆ ਉਹ ਰਹਿੰਦੀ ਨਹੀਂ, ਅਤੇ ਮੈਂ ਸੱਚ ਕਹਿ ਦਿੰਦਾ। ਇਹ ਲਾਜ਼ਮ ਬਾਤ ਅਦਬ ਦੀ ਏ, ਸਾਨੂੰ ਬਾਤ ਮਲੂਮੀ ਸਭ ਦੀ ਏ, ਠੀਕ ਹੈ ਨਾ। ਲਾਜ਼ਮ ਕੀ ਹੁੰਦਾ ਬੱਚੋ? ਲਾਜ਼ਮੀ ਨਹੀਂ ਆਪਾਂ ਕਹਿੰਦੇ ਲਾਜ਼ਮੀ ਪੰਜਾਬੀ, ਲਾਜ਼ਮੀ ਕੀ ਹੁੰਦਾ? ਜ਼ਰੂਰੀ, ਲਾਜ਼ਮ ਜ਼ਰੂਰੀ, ਠੀਕ ਹੈ। ਅਦਬ ਕੀ ਹੁੰਦਾ? ਸਤਿਕਾਰ। ਤਾਂ ਉਹ ਕਹਿੰਦੇ ਹਨ ਕਿ ਸਿਆਣੀ ਅਤੇ ਜ਼ਰੂਰੀ ਗੱਲ ਇਹ ਹੈ ਕਿ ਮੈਨੂੰ ਸਾਰੀ ਗੱਲ ਦਾ ਪਤਾ ਹੈ। ਸਾਨੂੰ ਬਾਤ ਮਲੂਮ ਹੋਣਾ ਕਿਸੇ ਚੀਜ਼ ਦਾ ਸਭ ਦੀ ਏ। ਹਰ ਵਿੱਚ ਸੂਰਤ ਰੱਬ ਦੀ ਏ, ਕਿਸੇ ਜ਼ਾਹਰ ਕਿਤੇ ਛੁਪੇਂਦੀ ਹੈ, ਵੀ ਸਾਰੇ ਲੋਕਾਂ ਦੇ ਵਿੱਚ ਸੂਰਤ ਕਿਹਦੀ ਹੈ? ਸ਼ਕਲ ਕਿਹਦੀ ਹੈ? ਪਰਮਾਤਮਾ ਦੀ ਹੈ, ਕਿਉਂਕਿ ਪਰਮਾਤਮਾ ਸਾਰੇ ਲੋਕਾਂ ਦੇ ਅੰਦਰ ਵਸਦਾ ਹੈ। ਕਿਸੇ ਜ਼ਾਹਰ ਕਿਤੇ ਛੁਪੇਂਦੀ ਹੈ, ਕਿਸ ਜ਼ਾਹਰ ਮਤਲਬ ਦਿਖਣਾ, ਵੀ ਕਿਸੇ ਦੀ ਜਿਹੜੀ ਦਿਖਦਾ ਹੈ ਕਿਸੇ ਦੇ ਮਤਲਬ ਰੂਪ ਦੇ ਵਿੱਚ ਪਰਮਾਤਮਾ ਹੈਗਾ ਸਭ ਦੇ ਅੰਦਰ, ਕਿਸੇ ਦੇ ਅੰਦਰ ਛੁਪਿਆ ਹੋਇਆ, ਠੀਕ ਹੈ ਨਾ। ਮੂੰਹ ਆਈ ਬਾਤ ਨਾ ਰਹਿੰਦੀ ਹੈ, ਵੀ ਮੇਰੇ ਮੂੰਹ 'ਚ ਜਿਹੜੀ ਗੱਲ ਹੈ ਵੀ ਉਹ ਰਹਿੰਦੀ ਨਹੀਂ, ਠੀਕ ਹੈ ਨਾ ਬੱਚੋ। ਅਤੇ ਆਪਾਂ ਕੇਂਦਰੀ ਭਾਵ ਕਿੱਦਾਂ ਲਿਖਾਂਗੇ ਇਸ ਦਾ? ਤਾਂ ਉਹ ਕਹਿੰਦੇ ਨੇ ਕਿ ਜੋ ਦਿਖਾਵੇ ਨੇ ਉਹ ਆਪਾਂ ਨੂੰ ਨਹੀਂ ਕਰਨੇ ਚਾਹੀਦੇ, ਠੀਕ ਹੈ ਨਾ। ਤਾਂ ਬੁੱਲੇ ਸ਼ਾਹ ਜੀ ਕਹਿੰਦੇ ਹਨ ਕਿ ਜੇਕਰ ਉਹ ਆਪਣੇ ਰੱਬੀ ਅਨੁਭਵ ਬਾਰੇ ਝੂਠ ਕਹਿੰਦਾ ਹੈ ਤਾਂ ਕੁਝ ਬਚਾਅ ਹੁੰਦਾ ਹੈ, ਪਰ ਜੇ ਸੱਚ ਕਹਿੰਦਾ ਹੈ ਤਾਂ ਕਿਸੇ ਨੂੰ ਚੰਗਾ ਨਹੀਂ ਲੱਗਦਾ। ਸੱਚ ਸੁਣ ਕੇ ਧਾਰਮਿਕ ਕੱਟੜਵਾਦੀਆਂ ਦੇ ਮਨ ਵਿੱਚ ਭਾਂਬੜ ਮੱਚਦਾ ਹੈ, ਇਸ ਕਰਕੇ ਉਸ ਦਾ ਦਿਲ ਦੋਹਾਂ ਗੱਲਾਂ ਨੂੰ ਕਰਨ ਤੋਂ ਰੁਕਦਾ ਹੈ, ਅਤੇ ਰੁਕ ਕੇ ਉਸ ਦੀ ਜੀਭ ਜਿਹੜੀ ਜੀਭ ਹੀ ਕਹਿੰਦੀ ਹੈ ਕਿ ਮੂੰਹ ਆਈ ਸੱਚੀ ਗੱਲ ਉਹ ਨਹੀਂ ਰੁਕਦੀ, ਠੀਕ ਹੈ ਨਾ। ਅਤੇ ਕਿਉਂਕਿ ਜੇ ਆਪਾਂ ਬਾਹਰ ਫਿਰਾਂਗੇ ਤਾਂ ਬਾਹਰ ਰੱਬ ਨਹੀਂ ਮਿਲਦਾ, ਬਾਹਰ ਕਿੱਥੇ ਮਿਲਦਾ ਹੈ ਆਪਣੇ, ਠੀਕ ਹੈ, ਧੱਕੇ ਮਿਲਦੇ ਨੇ, ਰੱਬ ਕਿੱਥੇ ਮਿਲਦਾ? ਆਪਣੇ ਅੰਦਰ ਮਿਲਦਾ, ਠੀਕ ਹੈ। ਜਿਨ੍ਹਾਂ ਨੇ ਇਹ ਭੇਤ ਪਾ ਲਿਆ ਤਾਂ ਉਹਨਾਂ ਨੇ ਆਪਣਾ ਅੰਦਰ ਖੋਜਿਆ, ਅੰਦਰ ਹੀ ਸੁਖ ਮੰਦਰ ਹੈ, ਅੰਦਰ ਹੀ ਪਰਮਾਤਮਾ ਹੈ, ਸਾਰਿਆਂ ਅੰਦਰ ਪਰਮਾਤਮਾ ਹੈ, ਕਿਸੇ ਅੰਦਰ ਛੁਪਿਆ ਹੋਇਆ ਮਤਲਬ ਕਿਸੇ ਦੇ ਵਿੱਚ ਜ਼ਾਹਰ ਰੂਪ ਦੇ ਵਿੱਚ ਦਿਖਦਾ ਹੈ, ਠੀਕ ਹੈ ਨਾ। ਇਸ ਕਰਕੇ ਆਪਾਂ ਨੂੰ ਦਿਖਾਵਿਆਂ ਦੇ ਵਿੱਚ ਨਹੀਂ ਪੈਣਾ ਚਾਹੀਦਾ। ਤਾਂ ਫਿਰ ਉਸ ਤੋਂ ਬਾਅਦ ਆ ਗਿਆ ਬੱਚਿਓ ਤੋਬਾ ਨਾ ਕਰ ਯਾਰ ਕੈਸੀ ਤੋਬਾ ਹੈ, ਠੀਕ ਹੈ। ਤੋਬਾ ਦਾ ਮਤਲਬ ਕੀ ਹੁੰਦਾ ਬੱਚਿਓ? ਇਹ ਮੁਸਲਮਾਨਾਂ ਦੀ ਇੱਕ ਧਾਰਮਿਕ ਰੀਤ ਹੈ ਜਿਸ ਅਨੁਸਾਰ ਉਹ ਆਪਣੇ ਪਹਿਲੇ ਗੁਨਾਹਾਂ ਤੋਂ ਤੋਬਾ ਕਰ ਕੇ ਅੱਗੇ ਭਲੇ ਕਰਮ ਕਰਨ ਦਾ ਪ੍ਰਣ ਕਰਦੇ ਹਨ। ਤੋਬਾ ਕਰਕੇ ਮਤਲਬ ਮਾफ़ੀ ਮੰਗ ਕੇ ਫਿਰ ਉਹ ਅੱਗੇ ਚੰਗੇ ਕੰਮ ਕਰਨ ਦਾ ਪ੍ਰਣ ਲੈਂਦੇ ਹਨ, ਠੀਕ ਹੈ। ਇਸਤਗਫਾਰ ਕੀ ਹੁੰਦਾ? ਤੋਬਾ ਨੂੰ ਆਪਾਂ ਕਹਿ ਦਿੰਦੇ ਹੁੰਦੇ ਹਾਂ, ਠੀਕ ਹੈ ਨਾ। ਤੋਬਾ ਨਾ ਕਰ ਯਾਰ ਕੈਸੀ ਤੋਬਾ ਹੈ, ਨਿਤ ਪੜ੍ਹਦੇ ਇਸਤਗਫਾਰ ਕੈਸੀ ਤੋਬਾ ਹੈ, ਠੀਕ ਹੈ। ਫਿਰ ਉਹ ਕਹਿੰਦੇ ਨੇ ਕਿ ਹੇ ਇਸਲਾਮੀ ਸ਼ਰ੍ਹਾ ਦੇ ਪਾਬੰਦ ਕਹਾਉਣ ਵਾਲੇ ਮੁਸਲਮਾਨ, ਤੂੰ ਆਪਣੇ ਪਿਛਲੇ ਗੁਨਾਹਾਂ ਤੋਂ ਤੋਬਾ ਕਰਨ ਦਾ ਪਖੰਡ ਨਾ ਕਰ। ਤੇਰੀ ਇਹ ਤੋਬਾ ਕਿਸ ਕੰਮ ਦੀ ਹੈ, ਠੀਕ ਹੈ। ਸਾਵੀਂ ਦੇ ਕੇ ਲਹੂ ਸਵਾਈ, ਡਿਊਡੀਆਂ 'ਤੇ ਸਾਜ਼ੀ ਲਾਈ, ਠੀਕ ਹੈ। ਫਿਰ ਉਹ ਕਹਿੰਦੇ ਨੇ ਵੀ ਅਤੇ ਵੀ ਜਿਹੜੀਆਂ ਉਹਨਾਂ ਪਾਸੋਂ ਸਵਾਈ ਲੈਂਦਾ ਹੈ, ਠੀਕ ਹੈ, ਤੂੰ ਦੂਜਿਆਂ ਨੂੰ ਸਾਵੀਂ ਦੇ ਕੇ ਉਹਨਾਂ ਪਾਸੋਂ ਸਵਾਈ ਲੈਂਦਾ ਹੈ ਅਤੇ ਡਿਊਡੀ ਚੀਜ਼ ਪ੍ਰਾਪਤ ਕਰਨ ਦੀ ਆਸ ਲਾਉਂਦਾ ਹੈ। ਡਿਊਡੀ ਮਤਲਬ ਜ਼ਿਆਦਾ ਚੀਜ਼ ਪ੍ਰਾਪਤ ਕਰਨ ਦੀ ਆਸ ਲਾਉਂਦਾ ਹੈ, ਠੀਕ ਹੈ ਨਾ। ਇਹ ਮੁਸਲਮਾਨੀ ਧਰਮ ਤੂੰ ਕਿੱਥੋਂ ਪ੍ਰਾਪਤ ਕੀਤਾ ਹੈ, ਠੀਕ ਹੈ। ਵੀ ਫਿਰ ਉਸ ਤੋਂ ਬਾਅਦ ਉਹ ਕਹਿੰਦੇ ਨੇ ਇਹ ਮੁਸਲਮਾਨੀ ਕਿੱਥੇ ਪਾਈ, ਵੀ ਕਿੱਥੋਂ ਪ੍ਰਾਪਤ ਕੀਤੇ। ਵੀ ਇੱਕ ਮੁਸਲਮਾਨੀ ਜਿਹੜਾ ਧਰਮ ਹੈ ਉਹ ਤਾਂ ਹਮੇਸ਼ਾ ਇਹ ਕਹਿੰਦਾ ਵੀ ਇਨਸਾਨ ਬਹੁਤ ਚੰਗਾ ਬਣ ਕੇ ਰਹੇ, ਠੀਕ ਹੈ ਨਾ। ਉਹ ਧਰਮ ਹਮੇਸ਼ਾ ਆਪਾਂ ਨੂੰ ਸਿੱਧੇ ਰਸਤੇ 'ਤੇ ਪਾਉਂਦਾ ਏ। ਇਹ ਤੁਹਾਡੀ ਕਿਰਦਾਰ ਕੈਸੀ ਤੋਬਾ ਹੈ, ਠੀਕ ਹੈ। ਤਾਂ ਉਹ ਕਹਿੰਦੇ ਨੇ ਇਹੋ ਤੇਰਾ ਅਸਲ ਜਿਹੜਾ ਅਮਲ ਹੈ, ਤੈਨੂੰ ਸ਼ਰ੍ਹਾ ਕਿੱਥੇ ਜਾਣ ਦਿਓ ਰੋਕਦੀ ਹੈ, ਉੱਥੇ ਤੂੰ ਜਾਂਦਾ ਹੈ, ਠੀਕ ਹੈ ਨਾ। ਵੀ ਜਿੱਥੇ ਤੈਨੂੰ ਮੁਸਲਮਾਨੀ ਧਰਮ ਕਹਿੰਦਾ ਵੀ ਜਿਹੜੀਆਂ ਚੀਜ਼ਾਂ ਗਲਤ ਨੇ ਉਹ ਤੂੰ ਨਹੀਂ ਕਰਨੀਆਂ, ਪਰ ਤੂੰ ਜਿਹੜਾ ਅੰਦਰੋਂ ਸਾਫ਼ ਜਿਹੜਾ ਸੱਚਾ ਮੁਸਲਮਾਨ ਹੁੰਦਾ ਬੱਚਿਓ ਉਹ ਕਦੇ ਦਿਖਾਵੇ ਨਹੀਂ ਕਰਦਾ, ਠੀਕ ਹੈ ਨਾ। ਅਤੇ ਉਹ ਹਮੇਸ਼ਾ ਆਪਣੇ ਸੱਚੇ ਧਰਮ ਦੇ ਉੱਪਰ ਚੱਲਦਾ ਹੈ, ਕਿਉਂਕਿ ਧਰਮ ਹਮੇਸ਼ਾ ਚੰਗੇ ਰਸਤੇ ਦੇ ਉੱਪਰ ਚੱਲਣ ਦੀ ਇਜਾਜ਼ਤ ਦਿੰਦਾ ਹੈ। ਇਹ ਉਹਨਾਂ ਲਈ ਗੱਲ ਕਹੀ ਗਈ ਹੈ ਜਿਹੜੇ ਲੋਕ ਦਿਖਾਵੇ ਕਰਦੇ ਨੇ ਪਰ ਅੰਦਰੋਂ ਸੱਚੇ ਮੁਸਲਮਾਨ ਨਹੀਂ। ਅੰਦਰੋਂ ਸੱਚੇ ਮੁਸਲਮਾਨ ਹਮੇਸ਼ਾ ਇੱਕ ਚੰਗੇ ਇਨਸਾਨ ਹੁੰਦੇ ਹਨ ਅਤੇ ਉਹ ਕਦੇ ਵੀ ਕੋਈ ਵਿਖਾਵੇ ਨਹੀਂ ਕਰਦੇ। ਇਹ ਜੋ ਦਿਖਾਵੇ ਕਰਦੇ ਨੇ ਅੰਦਰੋਂ ਝੂਠੇ ਨੇ ਉਹਨਾਂ ਲਈ ਕਿਹਾ ਗਿਆ ਹੈ ਨਾ।
ਤਾਂ ਉਹ ਕਹਿੰਦੇ ਨੇ ਵੀ ਤੂੰ ਇਸ ਤਰ੍ਹਾਂ ਤੌਬਾ ਕਰ, ਠੀਕ ਹੈ। ਜਿੱਥੇ ਨਾ ਜਾਣਾ ਉੱਥੇ ਜਾਏ, ਹੱਕ ਬੇਗਾਨਾ ਮੁੱਕਰ ਖਾਏ, ਵੀ ਜੋ ਤੈਨੂੰ ਮੁਸਲਮਾਨੀ ਧਰਮ ਸਮਝਾਉਂਦਾ ਹੈ, ਹੈ ਨਾ, ਵੀ ਜੋ ਧਰਮ ਤੈਨੂੰ ਸਮਝਾਉਂਦਾ ਹੈ ਵੀ ਤੂੰ ਬੇਗਾਨਾ ਹੱਕ ਨਹੀਂ ਖਾਣਾ, ਤੂੰ ਜਿਹੜਾ ਬੇਗਾਨਾ ਹੱਕ ਹੈ ਉਹ ਨਹੀਂ ਖਾਣਾ ਹੈ, ਠੀਕ ਹੈ ਨਾ, ਪਰ ਉਹ ਤੂੰ ਖਾਂਦਾ ਹੈ, ਠੀਕ ਹੈ। ਉਹ ਧਰਮ ਨੂੰ ਅਸਲ ਦੇ ਵਿੱਚ ਤੂੰ ਨਹੀਂ ਮੰਨਦਾ, ਇਸ ਕਰਕੇ ਵੀ ਇਹ ਗਲਤ ਹੈ। ਕੂੜ ਕਿਤਾਬਾਂ ਧਿਰ 'ਤੇ ਚਾਈ, ਇਹ ਤੇਰਾ ਇਤਬਾਰ ਕੈਸੀ ਤੋਬਾ ਹੈ। ਦੂਜਿਆਂ ਅੱਗੇ ਸੱਚਾ ਹੋਣ ਲਈ ਤੂੰ ਕਿਤਾਬਾਂ ਕੁਰਾਨ ਸਿਰ ਉੱਤੇ ਚੁੱਕਦਾ ਹੈ ਅਤੇ ਝੂਠੀਆਂ ਕਸਮਾਂ ਖਾਂਦਾ ਹੈ। ਕੀ ਤੇਰਾ ਇਹੋ ਇਤਬਾਰ ਹੈ? ਤੇਰੇ ਅਜਿਹੇ ਅਮਲਾਂ ਕਰਕੇ ਤੇਰੀ ਤੋਬਾ ਇੱਕ ਪਖੰਡ ਅਤੇ ਦਿਖਾਵਾ ਬਣ ਕੇ ਰਹਿ ਜਾਂਦੀ ਹੈ, ਠੀਕ ਹੈ ਨਾ। ਅਤੇ ਇਸ ਤਰ੍ਹਾਂ ਪਖੰਡ ਅਤੇ ਦਿਖਾਵਾ ਨਹੀਂ ਕਰਨਾ ਚਾਹੀਦਾ, ਸਗੋਂ ਸੱਚਾ ਮੁਸਲਮਾਨ ਬਣਨਾ ਚਾਹੀਦਾ ਹੈ। ਮੂੰਹੋਂ ਤੋਬਾ ਦਿਲੋਂ ਨਾ ਕਰਦਾ, ਮੂੰਹੋਂ ਤਾਂ ਤੋਬਾ ਕਰਦਾ ਪਰ ਦਿਲੋਂ ਨਹੀਂ ਕਰਦਾ। ਨਾ ਹੀ ਖੌਫ ਖੁਦਾ ਦਾ ਧਰਦਾ, ਵੀ ਤੂੰ ਸੱਚੇ ਪਰਮਾਤਮਾ ਦਾ ਖੌਫ ਡਰ ਨਹੀਂ ਧਰਦਾ, ਵੀ ਤੂੰ ਬੇਗਾਨਾ ਹੱਕ ਜਿਹੜਾ ਖਾਂਦਾ ਏ। ਅਤੇ ਇਸ ਤੋਬਾ ਥੀ ਤੋਬਾ ਕਰੀਏ ਤਾਂ ਬਖਸ਼ੇ ਗਫਾਰ, ਠੀਕ ਹੈ ਨਾ। ਗਫਾਰ ਰੱਬ ਵੀ ਜੇ ਇਸ ਤੋਬਾ ਤੋਂ ਤੋਬਾ ਕਰਦਾ, ਤੂੰ ਸੱਚਾ ਮੁਸਲਮਾਨ ਅੰਦਰੋਂ ਵੀ ਬਣਦਾ ਹੈ, ਠੀਕ ਹੈ ਨਾ, ਤਾਂ ਜਿਹੜਾ ਰੱਬ ਤੈਨੂੰ ਬਖਸ਼ੇਗਾ। ਕੈਸੀ ਤੋਬਾ ਏ, ਵੀ ਇਹ ਤੇਰੀ ਕੈਸੀ ਤੋਬਾ ਏ। ਬੁੱਲੇ ਸ਼ਾਹ ਦੀ ਸੁਣੋ ਹਕਾਇਤ, ਹਾਦੀ ਪਕੜਿਆ ਹੋਗ ਹਿਦਾਇਤ, ਠੀਕ ਹੈ ਨਾ। ਤਾਂ ਹਾਦੀ ਕੀ ਹੁੰਦਾ ਬੱਚੋ? ਰਾਹ ਦੱਸਣ ਵਾਲੇ। ਹਕਾਇਤ ਸੱਚੀ ਗੱਲ ਨੂੰ ਕਿਹਾ ਗਿਆ। ਹੋਗ ਹਿਦਾਇਤ ਰਾਹ ਦਾ ਪਤਾ ਲੱਗੇਗਾ। ਮੁਰਸ਼ਦ ਗੁਰੂ, ਠੀਕ ਹੈ ਨਾ। ਮੇਰਾ ਮੁਰਸ਼ਦ ਸ਼ਾਹ ਇਨਾਇਤ, ਵੀ ਉਹਨਾਂ ਦੇ ਗੁਰੂ ਜੀ ਦਾ ਨਾਮ ਇਨਾਇਤ ਸੀ ਬੱਚੋ। ਉਹੀ ਲੰਘਾਏ ਪਾਰ ਕੈਸੀ ਤੋਬਾ ਹੈ, ਵੀ ਉਹ ਤੈਨੂੰ ਪਾਰ ਲੰਘਾਏਗਾ। ਵੀ ਜੇ ਤੂੰ ਮਤਲਬ ਸਹੀ ਰਸਤੇ 'ਤੇ ਜਾਣਾ ਤਾਂ ਆਪਣੇ ਜਿਹੜੇ ਮੁਰਸ਼ਦ ਦਾ ਪੱਲਾ ਫੜ ਲੈ, ਠੀਕ ਹੈ, ਲੜ ਫੜ ਲੈ, ਉਹ ਤੈਨੂੰ ਸੱਚੇ ਰਸਤੇ 'ਤੇ ਪਹੁੰਚਾਏਗਾ। ਪਖੰਡ ਛੱਡ ਦੇ ਤੂੰ, ਠੀਕ ਹੈ ਨਾ। ਅਤੇ ਇਸ ਕਰਕੇ ਮੈਂ ਸ਼ਾਹ ਇਨਾਇਤ, ਜੋ ਉਹਨਾਂ ਦੇ ਗੁਰੂ ਜੀ ਦਾ ਨਾਮ ਹੈ, ਇਹਨੂੰ ਆਪਣਾ ਮੁਰਸ਼ਦ ਬਣਾ ਕੇ ਉਸ ਦਾ ਲੜ ਫੜ ਕੇ, ਠੀਕ ਹੈ ਨਾ, ਪੱਕੀ ਤਰ੍ਹਾਂ ਉਸ ਦਾ ਲੜ ਫੜਿਆ ਏ ਅਤੇ ਉਹਨਾਂ ਨੇ ਮੈਨੂੰ ਅੱਗੇ ਪਹੁੰਚਾਉਣਾ ਏ, ਵੀ ਇਹੀ ਮੇਰੀ ਤੋਬਾ ਏ, ਠੀਕ ਹੈ ਨਾ। ਇਹੀ ਮੈਂ ਗੁਨਾਹਾਂ ਦੀ ਮਾफ़ੀ ਮੰਗਦਾ ਹਾਂ। ਤਾਂ ਉਹ ਕਹਿੰਦੇ ਨੇ ਵੀ ਹਮੇਸ਼ਾ ਆਪਾਂ ਨੂੰ ਸੱਚੇ ਰਸਤੇ 'ਤੇ ਚੱਲਣਾ ਚਾਹੀਦਾ ਹੈ, ਪਰਾਇਆ ਹੱਕ ਨਹੀਂ ਖਾਣਾ ਚਾਹੀਦਾ। ਇਹੀ ਇਹਦਾ ਕੇਂਦਰੀ ਭਾਵ ਹੈ। ਝੂਠੀਆਂ ਕਸਮਾਂ ਨਹੀਂ ਖਾਣੀਆਂ ਚਾਹੀਦੀਆਂ, ਠੀਕ ਹੈ। ਦਿਲ 'ਤੇ ਜਿਹੜਾ ਖੋਟ ਹੈ ਤੈਨੂੰ ਉਹ ਬਾਹਰ ਕੱਢਣਾ ਚਾਹੀਦਾ ਹੈ, ਠੀਕ ਹੈ। ਦਿਖਾਵੇ ਨਹੀਂ ਕਰਨੇ ਚਾਹੀਦੇ, ਸਗੋਂ ਸੱਚਾ ਮੁਸਲਮਾਨ ਬਣ ਕੇ ਆਪਣੇ ਅੰਦਰ ਪਰਮਾਤਮਾ ਨੂੰ ਖੋਜ, ਠੀਕ ਹੈ ਨਾ। ਅਤੇ ਜੋ ਫਿਰ ਸੱਚੇ ਮੁਸਲਮਾਨ ਜਿਹੜੇ ਬਣਦੇ ਨੇ ਉਹਨਾਂ ਨੂੰ ਪਰਮਾਤਮਾ ਵੀ ਕੀ ਹੈ ਰੱਬ, ਵੀ ਉਹ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ, ਠੀਕ ਹੈ ਨਾ। ਫਿਰ ਉਸ ਤੋਂ ਬਾਅਦ ਆ ਗਿਆ ਉਲਟੇ ਹੋਰ ਜ਼ਮਾਨੇ ਆਏ। ਉਲਟੇ ਹੋਰ ਜ਼ਮਾਨੇ ਆਏ, ਹੁਣ ਅਸਾਂ ਭੇਤ ਸੱਜਣ ਦੇ ਪਾਏ। ਆਪਣਿਆਂ ਵਿੱਚ ਉਲਫਤ ਨਾਹੀਂ, ਕੋਰੇ ਚਾਚੇ ਤਾਏ, ਠੀਕ ਹੈ। ਉਲਫਤ ਮਤਲਬ ਪਿਆਰ। ਬੁੱਲੇ ਸ਼ਾਹ ਜੀ ਕਹਿੰਦੇ ਹਨ ਕਿ ਅੱਜ ਉਲਟੇ ਹੀ ਜ਼ਮਾਨੇ ਆ ਗਏ ਹਨ। ਇਹ ਹੋਰ ਹੀ ਕਿਸਮ ਦਾ ਜ਼ਮਾਨਾ ਹੈ। ਅਜਿਹੀਆਂ ਗੱਲਾਂ ਅੱਗੇ ਕਦੇ ਨਹੀਂ ਦੇਖੀਆਂ ਸੀ। ਇਹ ਜ਼ਮਾਨਾ ਬੜਾ ਗਿਰਾਵਟ ਭਰਿਆ ਹੈ, ਪਰੰਤੂ ਮੈਂ ਆਪਣੇ ਸੱਜਣ ਰੱਬ ਦਾ ਭੇਤ ਪਾ ਲਿਆ ਹੈ। ਭੇਤ ਮਤਲਬ ਉਹਨਾਂ ਨੇ ਅੰਦਰ ਇਹ ਭੇਤ ਪਾ ਲਿਆ ਵੀ ਪਰਮਾਤਮਾ ਅੰਦਰ ਹੀ ਹੈ। ਇਹ ਸਭ ਕੁਝ ਉਸ ਦੇ ਭਾਣੇ ਅਨੁਸਾਰ ਹੀ ਹੋ ਰਿਹਾ ਹੈ। ਜ਼ਮਾਨੇ ਦੀ ਜਿਹੜੀ ਚਾਲ ਹੈ ਉਹ ਬਹੁਤ ਪੁੱਠੀ ਹੋ ਗਈ ਹੈ। ਮੈਂ ਦੇਖਦਾ ਹਾਂ ਕਿ ਸਾਕ ਸੰਬੰਧੀਆਂ ਵਿੱਚ ਉੱਕਾ ਹੀ ਪਿਆਰ ਨਹੀਂ। ਇਹ ਸੰਬੰਧੀ ਭਾਵੇਂ ਤਾਏ ਦੀ ਗੱਲ ਲੈ ਲਓ ਜਾਂ ਚਾਚੇ ਦੀ, ਸਭ ਦਾ ਲਹੂ ਚਿੱਟਾ ਹੋ ਗਿਆ ਹੈ, ਠੀਕ ਹੈ ਨਾ। ਅਤੇ ਫਿਰ ਉਸ ਤੋਂ ਪਿਓ ਪੁੱਤਰ ਇਤਫਾਕ ਨਾ ਕਾਈ, ਧੀਆਂ ਨਾਲ ਨਾ ਮਾਏ। ਸੱਚਿਆਂ ਨੂੰ ਹੁਣ ਮਿਲਦੇ ਧੱਕੇ, ਝੂਠੇ ਕੋਲ ਬਹਾਏ, ਠੀਕ ਹੈ ਨਾ। ਵੀ ਹੁਣ ਮਾਵਾਂ ਧੀਆਂ ਦੇ ਵਿੱਚ ਵੀ ਪਿਆਰ ਹੈ ਜਿਹੜਾ ਉਹ ਨਹੀਂ ਰਿਹਾ, ਪਿਓ ਪੁੱਤਰਾਂ ਦੇ ਵਿੱਚ ਵੀ ਪਿਆਰ ਨਹੀਂ ਰਿਹਾ, ਠੀਕ ਹੈ ਨਾ। ਇੰਨੇ ਹਾਲਾਤ ਮਾੜੇ ਹੋ ਗਏ ਕਿ ਸੱਚ ਜੋ ਕਹਿੰਦੇ ਨੇ ਉਹਨਾਂ ਧੱਕੇ ਪੈਂਦੇ ਨੇ, ਝੂਠਿਆਂ ਨੂੰ ਸਤਿਕਾਰ ਮਿਲਦਾ ਹੈ। ਕੌਣ ਲਗੜਾ ਮਾਰਨ ਲੱਗੇ, ਚਿੜੀਆਂ ਜੂਰੇ ਖਾਏ, ਠੀਕ ਹੈ। ਲਗੜਾ ਕੀ ਹੁੰਦੇ ਨੇ ਬੱਚੇ? ਸ਼ਿਕਾਰੀ ਪੰਛੀ ਨੂੰ। ਅਤੇ ਵੀ ਜਿਹੜੇ ਉਹ ਕਹਿੰਦੇ ਨੇ ਵੀ ਕਿ ਸਮਕਾਲੀ ਸਮਾਜ ਦੇ ਵਿੱਚ ਜਿਹੜੀ ਅਵਸਥਾ ਹੈ ਬਹੁਤ ਗਿਰਾਵਟ ਭਰੀ ਹੈ। ਇਸ ਵਿੱਚ ਕਿਸੇ ਸਾਕ ਸੰਬੰਧੀ ਵਿੱਚ ਕੋਈ ਪਿਆਰ ਨਹੀਂ। ਇਸ ਵਿੱਚ ਸਭ ਗੱਲਾਂ ਉਲਟੀਆਂ ਹੀ ਹੋ ਰਹੀਆਂ ਹਨ। ਕਾਂ ਸ਼ਿਕਾਰੀ ਪੰਛੀਆਂ ਨੂੰ ਮਾਰ ਰਹੇ ਹਨ, ਚਿੜੀਆਂ ਬਾਜ਼ਾਂ ਨੂੰ ਖਾ ਰਹੀਆਂ ਹਨ। ਜੂਰੇ ਕੀ ਨੂੰ ਕਿਹਾ ਗਿਆ ਬੱਚੋ? ਇੱਥੇ ਬਾਜ਼ਾਂ ਨੂੰ ਕਿਹਾ ਗਿਆ, ਠੀਕ ਹੈ ਨਾ। ਬਾਜ਼ ਵੀ ਪੰਛੀ ਹੁੰਦਾ ਨਾ, ਅਤੇ ਚਿੜੀਆਂ ਵੀ। ਇਰਾਕੀਆਂ ਨੂੰ ਚਾਬਕ ਪੈਂਦੇ ਜਦੋਂ ਖੂਦ ਪਵਾਏ, ਠੀਕ ਹੈ ਨਾ। ਅਤੇ ਇਰਾਕੀ ਕੀ ਹੁੰਦੇ ਨੇ? ਇਰਾਕ ਦੇਸ਼ ਦਾ ਘੋੜਾ, ਖੂਦ ਮਤਲਬ ਗਤਾਵਾ, ਠੀਕ ਹੈ। ਇੱਥੇ ਇਰਾਕੀ ਨਸਲ ਦੇ ਵਧੀਆ ਘੋੜਿਆਂ ਨੂੰ ਤਾਂ ਚਾਬਕ ਨਾਲ ਮਾਰਿਆ ਜਾਂਦਾ ਹੈ, ਪਰੰਤੂ ਗਧਿਆਂ ਨੂੰ ਗੁਤਾਵੇ ਖਵਾਏ ਜਾਂਦੇ ਹਨ, ਠੀਕ ਹੈ। ਅਗਲੇ ਜਾਂ ਬੰਗਾਲੇ ਬੈਠੇ ਪਿਛਲਿਆਂ ਫਰਸ਼ ਵਿਛਾਏ, ਵੀ ਜੋ ਬਾਦਸ਼ਾਹ ਨੇ
ਉਹ ਕੈਦ ਦੇ ਵਿੱਚ ਨੇ, ਅਤੇ ਹੁਣ ਨਵਿਆਂ ਦੇ ਜਿਹੜੇ ਜ਼ਮਾਨੇ ਆ ਗਏ ਨੇ। ਬੁੱਲਾ ਜਿਨ੍ਹਾਂ ਨੂੰ ਹੁਕਮ ਹਜ਼ੂਰੋਂ ਆਂਦਾ ਭਲਾ ਤਿਸ ਨੂੰ ਕੌਣ ਹਟਾਏ, ਵੀ ਜੋ ਪਰਮਾਤਮਾ ਦਾ ਜਿਹੜਾ ਹੁਕਮ ਆਉਂਦਾ ਉਹਨੂੰ ਕੌਣ ਹਟਾ ਸਕਦਾ ਹੈ, ਠੀਕ ਹੈ ਨਾ। ਸੋ ਇਸ ਕਰਕੇ ਉਹਨਾਂ ਨੇ ਇਹ ਸਮਝਾਇਆ ਹੈ ਵੀ ਪਰਮਾਤਮਾ ਨੂੰ ਆਪਾਂ ਨੂੰ ਅੰਦਰ ਹੀ ਖੋਜਣਾ ਹੈ, ਕਿਉਂਕਿ ਬੁੱਲੇ ਸ਼ਾਹ ਨੇ ਭੇਤ ਪਾ ਲਿਆ ਹੈ ਵੀ ਅੱਜ ਕੱਲ੍ਹ ਦਾ ਜੋ ਆਪਾਂ ਕਹਿ ਸਕਦੇ ਹਾਂ ਵੀ ਜ਼ਿੰਦਗੀ ਦੇ ਵਿੱਚ ਜੋ ਲੋਕਾਂ ਦੇ ਵਿੱਚ ਬਦਲਾਅ ਆਏ ਨੇ ਉਹਨਾਂ ਨੂੰ ਬਿਆਨ ਕੀਤਾ ਬੁੱਲੇ ਸ਼ਾਹ ਨੇ, ਵੀ ਪਿਆਰ ਨਹੀਂ ਰਿਹਾ, ਪਿਓ ਪੁੱਤ ਦਾ ਨਹੀਂ ਰਿਹਾ, ਮਾਵਾਂ ਧੀਆਂ ਦਾ ਨਹੀਂ ਰਿਹਾ, ਚਾਚੇ ਤਾਇਆਂ ਦਾ ਨਹੀਂ ਰਿਹਾ, ਰਿਸ਼ਤੇਦਾਰਾਂ ਦਾ ਪਿਆਰ ਨਹੀਂ ਰਿਹਾ, ਖਤਮ ਹੋ ਗਿਆ ਸਭ ਕੁਛ। ਅਤੇ ਚਿੜੀਆਂ ਜਿਹੜੀਆਂ ਬਾਜ਼ਾਂ ਨੂੰ ਮਾਰ ਰਹੀਆਂ ਨੇ, ਠੀਕ ਹੈ ਨਾ। ਸੋ ਇਸ ਕਰਕੇ ਜਿਹੜੇ ਕਾਂ ਨੇ ਉਹ ਸ਼ਿਕਾਰੀ ਪੰਛੀਆਂ ਨੂੰ ਮਾਰ ਰਹੇ ਨੇ, ਵੀ ਇਸ ਤਰ੍ਹਾਂ ਜ਼ਮਾਨੇ ਨੇ ਜਿਹੜੇ ਉਹ ਉਲਟੇ ਆਉਂਦੇ ਜਾ ਰਹੇ ਹਨ। ਅਤੇ ਆਪਾਂ ਕਹਾਂਗੇ ਵੀ ਇੱਥੇ ਵੀ ਕਿਤੇ ਨਾ ਕਿਤੇ ਰੱਬ ਦਾ ਹੀ ਹੁਕਮ ਨਾਲ ਸਭ ਕੁਝ ਹੋ ਰਿਹਾ ਹੈ, ਠੀਕ ਹੈ ਨਾ। ਸਮਾਜਿਕ ਗਿਰਾਵਟ ਜੋ ਆ ਰਹੀ ਹੈ, ਰਾਜਸੀ ਉਥਲ ਪੁਥਲ ਹੋ ਰਹੀ ਹੈ, ਉਸ ਨੂੰ ਇਹ ਰੱਬੀ ਹੁਕਮ ਦੇ ਅਨੁਸਾਰ ਹੀ ਚੱਲਦੀ ਕਹਿੰਦੇ ਹਨ, ਜਿਸ ਨੂੰ ਕੋਈ ਨਹੀਂ ਮੋੜ ਸਕਦਾ, ਠੀਕ ਹੈ। ਇਹਦਾ ਕੇਂਦਰੀ ਭਾਵ ਸੀ ਬੱਚਿਓ। ਅੱਗੇ ਆ ਗਿਆ ਮਾਟੀ ਕੁਦਮ ਕਰੇਂਦੀ ਯਾਰ, ਠੀਕ ਹੈ। ਮਾਟੀ ਕੁਦਮ ਕਰੇਂਦੀ ਯਾਰ, ਵਾਵਾ ਮਾਟੀ ਦੀ ਗੁਲਜ਼ਾਰ। ਅਤੇ ਬਹੁਤ ਸੋਹਣਾ ਗਾਇਆ ਜਾਂਦੇ ਨੇ ਬੱਚਿਓ ਇਹਨਾਂ ਦੇ ਜੋ ਲਿਖਿਆ ਹੋਇਆ ਹੈ ਨਾ। ਮਾਟੀ ਤਨ ਸਰੀਰ ਨੂੰ ਕਿਹਾ ਗਿਆ, ਠੀਕ ਹੈ। ਕੁਦਮ ਕਰੇਂਦੀ ਨੱਚਦੀ ਟੱਪਦੀ, ਵੀ ਜਿਹੜਾ ਮਨੁੱਖ ਦਾ ਸਰੀਰ ਹੈ ਨਾ ਮਿੱਟੀ ਦਾ ਬਣਿਆ ਹੋਇਆ, ਇਹ ਨੱਚਦਾ ਟੱਪਦਾ ਫਿਰ ਰਿਹਾ ਹੈ। ਵਾਵਾ ਮਾਟੀ ਦੀ ਗੁਲਜ਼ਾਰ, ਠੀਕ ਹੈ। ਵੀ ਇਹ ਗੁਲਜ਼ਾਰ ਕੀ ਹੁੰਦਾ, ਜਿੱਥੇ ਗੁੱਲ ਹੋਣ ਫੁੱਲ ਹੋਣ ਉਹਨਾਂ ਦੇ ਫੁਲਵਾੜੀ ਨੂੰ ਕਿਹਾ ਜਾਂਦਾ। ਵੀ ਆਪਾਂ ਦੇਖਦੇ ਹਾਂ ਵੀ ਵਾਵਾ ਮਾਟੀ ਦੀ ਗੁਲਜ਼ਾਰ, ਮਾਟੀ ਘੋੜਾ ਮਾਟੀ ਜੋੜਾ, ਮਾਟੀ ਦਾ ਅਸਵਾਰ। ਤਾਂ ਕਹਿੰਦੇ ਨੇ ਵੀ ਸਾਡੇ ਆਲੇ ਦੁਆਲੇ ਜਿਹੜੀ ਵੀ ਸ੍ਰਿਸ਼ਟੀ ਹੈ ਉਹ ਸਾਰਾ ਕੁਛ ਉਹ ਮਿੱਟੀ ਹੈ ਇੱਕ ਤਰ੍ਹਾਂ ਨਾਲ। ਆਪਣੀ ਤਾਕਤ ਦੇ ਹੰਕਾਰ ਵਿੱਚ ਫਸਿਆ ਆਦਮੀ ਜਿਸ ਘੋੜੇ ਉੱਪਰ ਸਵਾਰ ਹੁੰਦਾ ਹੈ, ਜਿਹੜੀ ਪੋਸ਼ਾਕ ਪਾਉਂਦਾ ਹੈ, ਇੱਥੋਂ ਤੱਕ ਕਿ ਉਹ ਆਪ ਵੀ ਸਭ ਕੁਝ ਮਿੱਟੀ ਦਾ ਬਣਿਆ ਹੋਇਆ ਹੈ। ਮਿੱਟੀ ਦਾ ਸਰੀਰ ਮਿੱਟੀ ਦੇ ਘੋੜੇ ਨੂੰ ਦੌੜਾਉਂਦਾ ਹੈ ਅਤੇ ਉਸੇ ਮਿੱਟੀ ਵਿੱਚ ਬਹੁਤ ਹੀ ਸਾਰੀ ਖੜਕਾਰ ਸੁਣਾਈ ਦਿੰਦੀ ਹੈ। ਖੜਕਾਰ ਕਿਹਨੂੰ ਕਿਹਾ ਜਾਂਦਾ ਬੱਚਿਓ? ਆਵਾਜ਼, ਰੌਲਾ ਰੱਪਾ, ਠੀਕ ਹੈ। ਮਾਟੀ ਮਾਟੀ ਨੂੰ ਮਾਰਨ ਲੱਗੀ, ਮਾਟੀ ਦੇ ਹਥਿਆਰ, ਵੀ ਜਿਹੜੇ ਲੋਕ ਇੱਕ ਦੂਜੇ ਨਾਲ ਲੜਦੇ ਨੇ ਉਹ ਵੀ ਮਿੱਟੀ ਹੋ ਜਾਣਗੇ, ਸਾਰੇ ਮਿੱਟੀ ਉਹ ਨੇ, ਠੀਕ ਹੈ। ਮਿੱਟੀ ਦੇ ਹਥਿਆਰ ਨੇ ਉਹ ਵੀ ਇੱਕ ਦਿਨ ਖਤਮ ਹੋ ਜਾਣਾ। ਜਿਸ ਮਾਟੀ ਪਰ ਬਹੁਤੀ ਮਾਟੀ ਤਿਸ ਮਾਟੀ ਹੰਕਾਰ, ਵੀ ਜਿਹੜੀ ਮਾਟੀ ਦੇ ਉੱਪਰ ਆਪਾਂ ਕਹਿੰਦੇ ਨੇ ਫਲਾਣੇ ਬੰਦੇ ਨੂੰ ਬਹੁਤ ਚਰਬੀ ਚੜ੍ਹੀ ਹੋਈ ਹੈ ਨਾ, ਵੀ ਜਿਹਦੇ ਉੱਪਰ ਬਹੁਤੀ ਮਿੱਟੀ ਚੜ੍ਹੀ ਹੁੰਦੀ ਹੈ, ਠੀਕ ਹੈ। ਉਹ ਸੰਸਾਰਕ ਪਦਾਰਥਾਂ ਦੀ ਭੁੱਖ ਜਿਹਨਾਂ ਕੋਲ ਬਹੁਤ ਹੁੰਦੀ ਹੈ ਤਾਂ ਉਹ ਹੰਕਾਰ ਦੇ ਵਿੱਚ ਬੰਦਾ ਆ ਜਾਂਦਾ, ਠੀਕ ਹੈ ਨਾ। ਤਾਂ ਇੱਕ ਤਰ੍ਹਾਂ ਨਾਲ ਕਹਿ ਸਕਦੇ ਵੀ ਜਿਹਨੂੰ ਸੰਸਾਰਿਕ ਪਦਾਰਥ ਬਹੁਤ ਮਿਲਦੇ ਨੇ, ਪ੍ਰਾਪਤ ਹੋਏ ਹੁੰਦੇ ਨੇ, ਉਹ ਮਿੱਟੀ ਇਨਸਾਨ ਹੰਕਾਰ ਦੇ ਵਿੱਚ ਆ ਜਾਂਦਾ ਹੈ। ਉਸ ਨੂੰ ਇਹ ਸਮਝ ਨਹੀਂ ਲੱਗਦੀ ਕਿ ਇਹ ਸਭ ਕੁਝ ਫੋਕਾ ਹੈ, ਇੱਕ ਦਿਨ ਖਤਮ ਹੋ ਜਾਵੇਗਾ। ਮਾਟੀ ਬਾਗ ਬਗੀਚਾ, ਮਾਟੀ ਮਾਟੀ ਦੀ ਗੁਲਜ਼ਾਰ, ਠੀਕ ਹੈ। ਗੁਲਜ਼ਾਰ ਫੁੱਲਾਂ ਨੂੰ ਕਹਿੰਦੇ ਆ ਬੱਚੋ, ਜ਼ਾਰ ਮਤਲਬ ਵਾੜੀ ਨੂੰ ਕਹਿ ਦਿੱਤਾ ਜਾਂਦਾ, ਫੁਲਵਾੜੀ ਹੈ ਨਾ। ਤਾਂ ਉਹ ਕਹਿੰਦੇ ਨੇ ਵੀ ਸਾਰਾ ਕੁਛ ਬਾਗ ਬਗੀਚੇ ਫੁੱਲ ਸਭ ਕੁਛ ਮਿੱਟੀ ਉਹ ਹੈ। ਮਾਟੀ ਮਾਟੀ ਨੂੰ ਦੇਖਣ ਆਈ, ਮਾਟੀ ਦੀ ਬਹਾਰ, ਠੀਕ ਹੈ। ਇੱਕ ਮਿੱਟੀ ਨੂੰ ਦੇਖਣ ਆਈ, ਮਤਲਬ ਜੋ ਲੋਕ ਦੇਖਦੇ ਨੇ ਉਹ ਵੀ ਮਿੱਟੀ ਨੇ ਲੋਕ, ਠੀਕ ਹੈ। ਸਭ ਕੁਝ ਮਿੱਟੀ ਹੈ। ਹੱਸ ਖੇਡ ਫਿਰ ਮਾਟੀ ਹੋਵੇ, ਪੈਂਦੀ ਪੋ ਪਸਾਰ, ਠੀਕ ਹੈ ਨਾ। ਪੈਂਦੀ ਪੋ ਪਸਾਰ, ਮੁਰਦਾ ਹੋ ਕੇ ਪੈਰ ਪਸਾਰ ਕੇ ਪੈ ਜਾਣਾ, ਠੀਕ ਹੈ। ਵੀ ਇਹ ਸਾਰੀ ਉਮਰ ਹੰਢਾ ਕੇ ਇਨਸਾਨ ਮਿੱਟੀ ਬਣ ਕੇ ਪੈ ਜਾਂਦਾ, ਠੀਕ ਹੈ। ਬੁੱਲਾ ਇਹ ਬੁਝਾਰਤ ਬੁੱਝੇ ਤਾਂ ਲੈ ਸਿਰੋਂ ਥੀ ਭਾਰ, ਸਿਰੋਂ ਥੀ ਮਤਲਬ ਥੱਲੇ, ਸਿਰ ਤੋਂ, ਹੈ ਨਾ। ਤਾਂ ਉਹ ਕਹਿੰਦੇ ਨੇ ਵੀ ਜੇ ਬੁੱਲਾ ਇਹ ਬੁਝਾਰਤ ਬੁੱਝ ਲੇ ਤਾਂ ਵੀ ਮਤਲਬ ਵੀ ਸਭ ਕੁਝ ਮਿੱਟੀ ਆ, ਇਸ ਕਰਕੇ ਉਹਨੂੰ ਪਰਮਾਤਮਾ ਨੂੰ ਮੰਨਣਾ ਚਾਹੀਦਾ। ਤਾਂ ਉਹਦੇ ਸਿਰ ਤੋਂ ਹਉਮੈ ਦੀ ਜਿਹੜੀ ਹੰਕਾਰ ਦੀ ਭਾਰ ਹੈ ਨਾ, ਭਾਰ ਜਿਹੜਾ ਚੜ੍ਹਿਆ ਹੋਇਆ ਉਹਨੇ ਪੰਡ ਚੁੱਕੀ ਹੋਈ ਹੈ, ਤਾਂ ਉਹ ਸਿਰ ਤੋਂ ਲੈ ਜਾਵੇਗਾ, ਠੀਕ ਹੈ ਨਾ। ਉਹ ਪਰਮਾਤਮਾ ਨਾਲ ਜੁੜ ਜਾਵੇਗਾ। ਤਾਂ ਇਹਦਾ ਜਿਹੜਾ ਕੇਂਦਰੀ ਭਾਵ ਹੈ ਬੱਚੋ, ਉਹ ਕਹਿੰਦੇ ਨੇ ਵੀ ਸਾਰੀ ਜਿਹੜੀ ਸ੍ਰਿਸ਼ਟੀ ਹੈ ਨਾ ਮਿੱਟੀ ਦਾ ਪਸਾਰਾ ਹੀ ਹੈ। ਮਨੁੱਖ ਵੀ ਇੱਕ ਤਰ੍ਹਾਂ ਨਾਲ ਮਿੱਟੀ ਹੈ। ਜਿਸ ਮਨੁੱਖ ਉੱਤੇ ਸੰਸਾਰਕ ਪਦਾਰਥਾਂ ਦੀ ਮਿੱਟੀ ਬਹੁਤ ਹੁੰਦੀ ਹੈ ਉਹ ਬਹੁਤ ਹੰਕਾਰਿਆ ਹੁੰਦਾ ਹੈ। ਮਨੁੱਖ ਜੀਵਨ ਭਰ ਹੱਸ ਖੇਡ ਕੇ ਅੰਤ ਮਿੱਟੀ ਵਿੱਚ ਹੀ ਰਲ ਜਾਂਦਾ ਹੈ। ਜਦੋਂ ਉਹ ਸਰੀਰ ਦੀ ਅਸਲੀਅਤ ਨੂੰ ਜਾਣ ਜਾਂਦਾ ਹੈ ਤਾਂ ਉਹ ਹਉਮੈ ਰਹਿਤ ਹੋ ਜਾਂਦਾ ਹੈ, ਠੀਕ ਹੈ ਨਾ। ਇਹ ਸਭ ਕੁਝ ਸਿਖਾਇਆ ਆਪਾਂ, ਜੋ ਮੈਂ ਤੁਹਾਨੂੰ ਵਿਆਖਿਆ ਦੱਸੀ ਹੈ ਨਾ ਬੱਚੇ, ਉਹ ਵੀ ਇਸ ਦੇ ਵਿੱਚ ਤੁਸੀਂ ਦੱਸ ਦਿਓ, ਠੀਕ ਹੈ ਨਾ। ਤਾਂ ਫਿਰ ਉਸ ਤੋਂ ਬਾਅਦ ਆ ਗਿਆ ਬੱਚੋ, ਪਾਇਆ ਹੈ ਕਿਛ ਪਾਇਆ ਹੈ, ਪਾਇਆ ਹੈ ਕਿਛ ਪਾਇਆ ਹੈ, ਮੇਰੇ ਸਤਿਗੁਰ ਅਲਖ ਲਿਖਾਇਆ ਹੈ। ਕਹੂੰ ਵੈਰ ਪੜਾ ਕਹੂੰ ਬੇਲੀ ਹੋ, ਠੀਕ ਹੈ ਨਾ। ਬਹੁਤ ਸੋਹਣਾ ਗਾਇਆ ਜਾਂਦਾ ਬੱਚੋ ਉਹ। ਅਲਖ ਜਿਸ ਨੂੰ ਨਾ ਜਾਣਿਆ ਨਾ ਜਾ ਸਕੇ, ਠੀਕ ਹੈ ਨਾ। ਕਵੀ ਕਹਿੰਦਾ ਹੈ ਕਿ ਮੇਰੇ ਸਤਿਗੁਰ ਨੇ ਮੈਨੂੰ, ਪਰਮਾਤਮਾ ਜਿਸ ਬਾਰੇ ਕੁਝ ਵੀ ਜਾਣਿਆ ਨਹੀਂ ਸੀ ਜਾ ਸਕਦਾ,
ਤਾਂ ਉਸ ਤੋਂ ਮੈਂ ਜਾਣੂ ਹੋ ਗਿਆ ਹਾਂ। ਵੀ ਅਲਖ ਜਗਾਤਾ, ਆਪਾਂ ਕਹਿੰਦੇ ਨਹੀਂ ਵੀ ਅਲਖ ਜਗਾਉਣਾ, ਕਿਸੇ ਨੂੰ ਗਿਆਨ ਦੇਣਾ। ਵੀ ਮੇਰੇ ਸਤਿਗੁਰ ਨੇ, ਮੈਂ ਪਰਮਾਤਮਾ ਨੂੰ ਲੱਭਦਾ ਫਿਰਦਾ ਸੀ ਪਰ ਪਰਮਾਤਮਾ ਮੈਨੂੰ ਨਹੀਂ ਸੀ ਮਿਲ ਸਕਦਾ, ਠੀਕ ਹੈ, ਕਿਉਂਕਿ ਮੈਨੂੰ ਕੋਈ ਗੁਰੂ ਨਹੀਂ ਸੀ ਮਿਲਿਆ। ਪਰ ਜਦੋਂ ਮੈਨੂੰ ਸਤਿਗੁਰੂ ਮਿਲ ਗਏ ਤਾਂ ਉਹਨਾਂ ਨੇ ਮੈਨੂੰ ਅਲਖ ਜਗਾਤੀ, ਮਤਲਬ ਪਰਮਾਤਮਾ ਦਾ ਭੇਤ ਦੱਸਤਾ, ਠੀਕ ਹੈ ਨਾ। ਕਹੂੰ ਵੈਰ ਪੜਾ ਕਹੂੰ ਬੇਲੀ ਹੋ, ਠੀਕ ਹੈ ਨਾ। ਤਾਂ ਫਿਰ ਉਹ ਅੱਗੇ ਕਹਿੰਦੇ ਨੇ ਵੀ ਮਤਲਬ ਮੈਨੂੰ ਸੰਸਾਰ ਦਾ ਹਰ ਇੱਕ ਮਨੁੱਖ, ਠੀਕ ਹੈ, ਪਰਮਾਤਮਾ ਦਾ ਹੀ ਰੂਪ ਲੱਗਣ ਲੱਗ ਗਿਆ, ਠੀਕ ਹੈ। ਮੈਨੂੰ ਕੋਈ ਨਹੀਂ ਪਤਾ ਲੱਗਦਾ ਵੀ ਇਹ ਮੇਰਾ ਵੈਰੀ ਹੈ ਕਿ ਮੇਰਾ ਮਿੱਤਰ ਹੈ, ਮੈਨੂੰ ਸਿਰਫ ਔਰ ਸਿਰਫ ਮੈਨੂੰ ਪਰਮਾਤਮਾ ਹੀ ਦਿਸਦਾ ਹੈ। ਕਹੂੰ ਮਜਨੂ ਹੋ ਕਹੂੰ ਲੈਲੀ ਹੋ, ਮਜਨੂ, ਲੈਲਾ ਮਜਨੂ ਪ੍ਰੀਤ ਕਥਾਵਾਂ ਦੇ ਵਿੱਚ ਆਉਂਦੇ ਨੇ ਨਾ, ਤਾਂ ਇਸ ਕਰਕੇ ਉਹ ਕਹਿੰਦੇ ਨੇ ਕਿ ਮੈਨੂੰ ਕਿਧਰੇ ਮਜਨੂ ਬਣਿਆ ਦਿਸ ਰਿਹਾ ਹੈ, ਕਿਧਰੇ ਮੈਨੂੰ ਉਸ ਦੀ ਪ੍ਰੇਮਿਕਾ ਲੈਲਾ, ਠੀਕ ਹੈ ਨਾ। ਕਹੂੰ ਆਪ ਗੁਰੂ ਕਹੂੰ ਚੇਲੀ ਹੋ, ਠੀਕ ਹੈ ਨਾ। ਉਹ ਕਿਧਰੇ ਮੈਨੂੰ ਗੁਰੂ ਦੇ ਰੂਪ ਦੇ ਵਿੱਚ ਦਿਖਾਈ ਜਾਂਦਾ ਹੈ, ਵੀ ਪਰਮਾਤਮਾ ਕਿਧਰੇ ਮੈਨੂੰ ਚੇਲੇ ਦੇ ਰੂਪ ਦੇ ਵਿੱਚ। ਆਪ ਕਾ ਪੰਥ ਬਤਾਇਆ ਹੈ, ਉਸਨੇ ਮੈਨੂੰ ਹੀ ਆਪਣੇ ਪੰਥ ਅਰਥਾਤ ਵਰਤਾਰੇ ਬਾਰੇ ਦੱਸਿਆ ਹੈ। ਕਹੂੰ ਮਸਜਿਦ ਕਾ ਵਰਤਾਰਾ ਹੈ ਕਹੂੰ ਬਣਿਆ ਠਾਕਰ ਦੁਆਰਾ ਹੈ, ਵੀ ਕਿਤੇ ਤਾਂ ਮਸਜਿਦ ਨੇ, ਠੀਕ ਹੈ, ਪਰਮਾਤਮਾ ਮਸਜਿਦ ਦੇ ਰੂਪ 'ਚ ਹੈ, ਕਿਧਰੇ ਪਰਮਾਤਮਾ ਮੰਦਰ ਦੇ ਰੂਪ ਦੇ ਵਿੱਚ, ਠਾਕਰ ਦੁਆਰੇ ਦੇ ਰੂਪ ਦੇ ਵਿੱਚ ਦਿਖਾਈ ਦਿੰਦਾ ਹੈ। ਕਹੂੰ ਬੈਰਾਗੀ ਜਟਧਾਰਾ ਹੈ ਕਹੂੰ ਸ਼ੇਖ ਨਬੀ ਬਣ ਆਇਆ ਹੈ। ਬੈਰਾਗੀ ਜਟਧਾਰਾ ਕਿਸ ਨੂੰ ਕਿਹਾ ਜਾਂਦਾ ਬੱਚਿਓ? ਬੈਰਾਗੀ ਜਿਹੜੇ ਮਤਲਬ ਦੁਨੀਆ ਤੋਂ ਪਾਸੇ ਹੋ ਜਾਂਦੇ ਨੇ ਲੋਕ, ਹੈ ਨਾ। ਅਤੇ ਜਟਧਾਰਾ ਮਤਲਬ ਜਟਧਾਰੀ, ਜਟਾਂ ਬਣੀਆਂ ਹੁੰਦੀਆਂ ਨੇ, ਸਾਧੂ ਮਤਲਬ ਜਿਨ੍ਹਾਂ ਨੂੰ ਦੁਨੀਆਦਾਰੀ ਦੇ ਵਿੱਚ ਕੋਈ ਸੰਬੰਧ ਨਹੀਂ। ਵੀ ਕਿਤੇ ਤਾਂ ਮੈਨੂੰ ਪਰਮਾਤਮਾ ਜਟਧਾਰੀ ਦੇ ਰੂਪ ਦੇ ਵਿੱਚ ਦਿਖਾਈ ਦਿੰਦਾ ਹੈ ਨਾ। ਸ਼ੇਖ ਕੀ ਹੁੰਦਾ? ਵਿਦਵਾਨ ਨੂੰ ਕਹਿੰਦੇ, ਨਬੀ ਪੈਗੰਬਰ ਨੂੰ, ਠੀਕ ਹੈ ਨਾ। ਵੀ ਕਿਧਰੇ ਮੈਨੂੰ ਉਹ ਨਵੀਂ ਪੈਗੰਬਰ ਦਿਖਾਈ ਦਿੰਦਾ ਹੈ। ਇਸ ਤਰ੍ਹਾਂ ਹਿੰਦੂ ਮੁਸਲਮਾਨ ਦੋਹਾਂ ਧਰਮਾਂ ਦੇ ਜਿਹੜੇ ਵਿੱਚ ਉਹ ਪਰਮਾਤਮਾ ਹੀ ਮੈਨੂੰ ਸਾਫ਼ ਦਿਖਾਈ ਦਿੰਦਾ ਹੈ। ਕਹੂੰ ਤਰਕ ਹੋ ਕਲਮਾ ਪੜ੍ਹਤੇ ਹੋ ਕਹੂੰ ਭਗਤ ਹਿੰਦੂ ਜਪ ਕਰਤੇ ਹੋ। ਕਿਤੇ ਤਾਂ ਮੈਨੂੰ ਦਿਖਦਾ ਹੈ ਨਾ ਵੀ ਜਿਹੜਾ ਪਰਮਾਤਮਾ ਹੈ, ਗੁਰੂ ਦੀ ਸਿੱਖਿਆ ਪ੍ਰਾਪਤ ਕਰਨ ਲੈਣ ਪਿੱਛੋਂ ਮੈਨੂੰ ਬਹੁਤ ਅਨੁਭਵ ਹੋਏ ਨੇ, ਠੀਕ ਹੈ ਨਾ। ਅਤੇ ਮੈਂ ਜਿਹੜੇ ਸੰਸਾਰ ਦੀ ਹਰ ਥਾਂ, ਹਰ ਵਸਤੂ ਦੇ ਵਿੱਚ ਪਰਮਾਤਮਾ ਨੂੰ ਦਿਖਾਈ ਦਿੰਦਾ ਰੂਪ ਦੇ ਵਿੱਚ ਦੇਖਦਾ ਹਾਂ। ਕਿਧਰੇ ਤੁਸੀਂ ਮੁਸਲਮਾਨ ਬਣ ਕੇ ਕੁਰਾਨ ਆਦਿ ਦੀਆਂ ਧਾਰਮਿਕ ਪੁਸਤਕਾਂ ਪੜ੍ਹ ਰਹੇ ਹੋ, ਪਰਮਾਤਮਾ ਨੂੰ ਕਹਿੰਦੇ ਨੇ, ਕਿਤੇ ਹਿੰਦੂ ਭਗਤ ਦੇ ਰੂਪ ਦੇ ਵਿੱਚ ਜਾਪ ਕਰਦੇ ਦਿਖਾਈ ਦਿੰਦੇ ਹੋ। ਕਹੂੰ ਘੋਰ ਗੁਫਾ ਮੈਂ ਪੜ੍ਹਤੇ ਹੋ ਕਹੂੰ ਘਰ ਘਰ ਲਾਡ ਲੜਾਇਆ ਹੈ, ਠੀਕ ਹੈ ਨਾ। ਵੀ ਕਿਤੇ ਤੁਸੀਂ ਘੋਰ ਦੂਰ ਗੁਫਾਵਾਂ ਦੇ ਵਿੱਚ ਛਿਪਦੇ ਰਹਿੰਦੇ ਹੋ, ਕਿਧਰੇ ਹਰ ਘਰ ਦੇ ਵਿੱਚ ਲਾਡ ਲੜਾ ਰਹੇ ਦਿਖਾਈ ਦਿੰਦੇ ਹੋ, ਠੀਕ ਹੈ ਨਾ। ਬੁੱਲਾ ਮੈਂ ਥੀ ਬੇਮੁਹਤਾਜ ਹੋਆ ਮਹਾਰਾਜ ਮਿਲਿਆ ਮੇਰਾ ਕਾਜ ਹੋਆ, ਠੀਕ ਹੈ। ਬੇਮੁਹਤਾਜ, ਆਜ਼ਾਦ, ਲੋੜ ਤੋਂ ਮੁਕਤ, ਮਹਾਰਾਜ ਗੁਰੂ। ਉਹ ਕਹਿੰਦੇ ਹਨ ਕਿ ਸਤਿਗੁਰੂ ਦੀ ਸਿੱਖਿਆ ਪ੍ਰਾਪਤ ਕਰਕੇ ਮੈਂ ਹਉਮੈ ਤੋਂ ਮੁਕਤ। ਹਉਮੈ ਮਤਲਬ ਹੰਕਾਰ। ਹੰਕਾਰ ਕੀ ਹੁੰਦਾ ਬੱਚੋ? ਜਦੋਂ ਆਪਾਂ ਕਹੀਏ ਵੀ ਮੇਰੇ ਕੋਲ ਤਾਂ ਆਹ ਚੀਜ਼, ਆਪਣੇ ਅੰਦਰ ਹੰਕਾਰ ਨਹੀਂ ਆ ਜਾਂਦਾ, ਉਹ ਵਾਲੇ ਨੂੰ ਕਿਹਾ ਗਿਆ। ਤਾਂ ਹਉਮੈ ਤੋਂ ਮੈਂ ਮੁਕਤ ਹੋ ਗਿਆ ਹਾਂ। ਗੁਰੂ ਦੇ ਮਿਲਣ ਨਾਲ ਮੇਰਾ ਜੀਵਨ ਮਨੋਰਥ ਦਾ ਸਾਰਾ ਕੰਮ ਪੂਰਾ ਹੋ ਗਿਆ ਹੈ। ਮੇਰੇ ਸਾਰੇ ਰੋਗਾਂ ਦਾ ਇਲਾਜ ਮੈਨੂੰ ਮਿਲ ਗਿਆ ਹੈ, ਠੀਕ ਹੈ। ਦਰਸ ਪਿਆ ਕਾ ਮੁਝੇ ਇਲਾਜ ਹੁਆ। ਦਰਸ ਕੀ ਹੈ? ਦਰਸ਼ਨ ਦੇ ਨਾਲ। ਪਿਆ ਮਤਲਬ ਰੱਬ ਨੂੰ ਕਿਹਾ ਗਿਆ, ਠੀਕ ਹੈ। ਵੀ ਪਰਮਾਤਮਾ ਦੇ ਮੁਝੇ ਮਤਲਬ ਮੈਨੂੰ, ਵੀ ਪਰਮਾਤਮਾ ਦੇ ਦਰਸ਼ਨ ਦੇ ਨਾਲ ਮੈਨੂੰ ਜਿਹੜਾ ਆਪਣਾ ਇਲਾਜ ਮਿਲ ਗਿਆ ਹੈ, ਠੀਕ ਹੈ। ਆਪੇ ਆਪ ਮੈਂ ਆਪ ਸਮਾਇਆ ਹੈ, ਠੀਕ ਹੈ ਨਾ। ਤਾਂ ਸਮਾਇਆ ਕੀ ਹੋਣਾ ਬੱਚੋ? ਵਸਿਆ ਹੈ। ਉਹ ਕਹਿੰਦੇ ਹਨ ਕਿ ਮੇਰੇ ਆਪੇ ਵਿੱਚ ਮੇਰਾ ਪਰਮਾਤਮਾ ਹੀ ਵਸਿਆ ਹੋਇਆ ਹੈ, ਉਹ ਮੈਨੂੰ ਦਿਖਾਈ ਦਿੰਦਾ ਹੈ। ਅਤੇ ਆਪਾਂ ਕਿੱਦਾਂ ਬੱਚੋ ਇਹਨਾਂ ਦੇ ਕੇਂਦਰੀ ਭਾਵ ਕਿੱਦਾਂ ਲਿਖਾਂਗੇ? ਸਤਿਗੁਰੂ ਆਪਣੀ ਸਿੱਖਿਆ ਨਾਲ ਸੂਫੀ ਨੂੰ ਅਲਖ ਪ੍ਰਭੂ ਦਾ ਗਿਆਨ ਦੇ ਦਿੰਦਾ ਹੈ, ਜਿਸ ਦੇ ਸਿੱਟੇ ਵਜੋਂ ਉਸ ਨੂੰ ਸੰਸਾਰ ਦਾ ਹਰ ਇੱਕ ਮਨੁੱਖ ਅਤੇ ਵਸਤੂ ਉਸ ਦਾ ਹੀ ਰੂਪ ਦਿਖਾਈ ਦੇਣ ਲੱਗਦੇ ਹਨ। ਉਸ ਨੂੰ ਇਹ ਸ੍ਰਿਸ਼ਟੀ ਉਸ ਦਾ ਆਪਾ ਅਤੇ ਇਸ ਦੇ ਆਪੇ ਵਿੱਚ ਉਹ ਆਪ ਹੀ ਸਮਾਇਆ ਅਨੁਭਵ ਹੁੰਦਾ ਹੈ। ਬੁੱਲੇ ਸ਼ਾਹ ਕਹਿੰਦੇ ਹਨ ਕਿ ਸਤਿਗੁਰੂ ਦੀ ਸਿੱਖਿਆ ਨੂੰ ਪ੍ਰਾਪਤ ਕਰਕੇ ਉਹਨਾਂ ਨੇ ਪਰਮਾਤਮਾ ਨੂੰ ਲੱਭ ਲਿਆ ਹੈ, ਠੀਕ ਹੈ। ਮੈਨੂੰ ਚਾਰੇ ਪਾਸੇ ਪਰਮਾਤਮਾ ਹੀ ਪਰਮਾਤਮਾ ਨਜ਼ਰ ਆ ਰਹੇ ਨੇ, ਚਾਹੇ ਉਹ ਮਸੀਤ ਹੈ, ਚਾਹੇ ਉਹ ਮੰਦਰ ਹੈ, ਚਾਹੇ ਕੋਈ ਕਲਮਾ ਪੜ੍ਹ ਰਿਹਾ ਹੈ, ਚਾਹੇ ਉਹ ਜਿਹੜੇ ਆਪਾਂ ਕਹਿ ਸਕਦੇ ਹਾਂ ਜਿਹੜੇ ਵੇਦ ਨੇ ਉਹਨਾਂ ਦੇ ਜਿਹੜੇ ਸਲੋਕ ਪੜ੍ਹ ਰਿਹਾ, ਕੋਈ ਕਿਧਰੇ ਦੂਰ ਗੁਫਾ ਦੇ ਵਿੱਚ ਬੈਠਾ, ਕਿਧਰੇ ਕੋਈ ਘਰ 'ਚ ਬੈਠਾ, ਠੀਕ ਹੈ। ਕਿਧਰੇ ਕੋਈ ਵਿਦਵਾਨ ਹੈ, ਵੱਡੇ ਵੱਡੇ ਹਿੰਦੂ ਭਗਤ ਨੇ, ਅਤੇ ਕਿਧਰੇ ਕੋਈ ਮੁਸਲਮਾਨ ਪੈਗੰਬਰ ਨੇ। ਮੈਨੂੰ ਹਰ ਕਿਤੇ ਪਰਮਾਤਮਾ ਨਜ਼ਰ ਆਉਂਦਾ ਹੈ, ਠੀਕ ਹੈ ਨਾ। ਤਾਂ ਇਹ ਸਭ ਕੁਝ ਮੈਨੂੰ ਗੁਰੂ ਦੀ ਮਿਹਰ ਦੇ ਨਾਲ ਹੀ ਹੋਇਆ ਹੈ ਬੱਚਿਓ।
ਇਹ ਸਨ ਉਹਨਾਂ ਦੀ ਰਚਨਾਵਾਂ। ਤੇ ਹੁਣ ਆਪਾਂ ਪ੍ਰਸ਼ਨ ਉੱਤਰ ਕਰਦੇ ਹਾਂ। ਮੂੰਹ ਆਈ ਬਾਤ ਨਾ ਰਹਿੰਦੀ ਹੈ, ਠੀਕ ਹੈ। ਤੋਬਾ ਨਾ ਕਰ ਯਾਰ ਕੈਸੀ ਤੋਬਾ ਹੈ, ਉਲਟੇ ਹੋਰ ਜ਼ਮਾਨੇ ਆਏ ਮਾਟੀ ਕੁਦਮ ਕਰੇਂਦੀ ਯਾਰ, ਪਾਇਆ ਹੈ ਕਿਛ ਪਾਇਆ ਹੈ। ਕਵਿਤਾ ਕਿਹਨਾਂ ਦੀ ਰਚਨਾ ਹੈ? ਬੁੱਲੇ ਸ਼ਾਹ ਜੀ ਦੀ। ਜਾਂ ਆਪਾਂ ਉਂਝ ਵੀ ਪ੍ਰਸ਼ਨ ਆ ਸਕਦਾ ਵੀ ਉਹਨਾਂ ਦੀ ਕਵਿਤਾਵਾਂ ਦੇ ਨਾਂ ਲਿਖੋ, ਤਾਂ ਆਪਾਂ ਇੱਦਾਂ ਲਿਖ ਦਾਂਗੇ ਬੱਚੋ, ਮਤਲਬ ਰਚਨਾਵਾਂ ਦੇ ਨਾਂ, ਠੀਕ ਹੈ। ਬੁੱਲੇ ਸ਼ਾਹ ਦੇ ਮੂੰਹੋਂ ਕਿਹੜੀ ਬਾਤ ਨਿਕਲਣੋਂ ਨਹੀਂ ਰਹਿੰਦੀ? ਰੂਹਾਨੀ ਅਨੁਭਵ ਦੀ। ਬੁੱਲੇ ਸ਼ਾਹ ਅਨੁਸਾਰ ਸੱਚ ਆਖਣ 'ਤੇ ਕੀ ਹੁੰਦਾ ਹੈ? ਭਾਂਬੜ ਮੱਚਦਾ ਹੈ। ਅਤੇ ਬੁੱਲੇ ਸ਼ਾਹ ਕਲੰਦਰ ਕਿਸ ਨੂੰ ਕਹਿੰਦੇ ਨੇ? ਰੱਬ ਨੂੰ। ਕਲੰਦਰ ਦਾ ਭੇਤ ਪਾਉਣ ਵਾਲਾ ਕਿੱਥੇ ਵਸਦਾ ਹੈ? ਸੁਖਮੰਦਰ ਦੇ ਵਿੱਚ। ਬੁੱਲੇ ਸ਼ਾਹ ਅਨੁਸਾਰ ਹਰ ਇੱਕ ਵਿੱਚ ਕਿਸ ਦੀ ਸੂਰਤ ਮੌਜੂਦ ਹੁੰਦੀ ਹੈ? ਰੱਬ ਦੀ। ਤੋਬਾ ਨਾ ਕਰ ਯਾਰ ਕੈਸੀ ਤੋਬਾ ਹੈ ਦੇ ਵਿੱਚ ਕਿਹਨੂੰ ਸੰਬੋਧਿਤ ਕੀਤਾ ਜਾਂਦਾ? ਜਿਹੜਾ ਸ਼ਰਈ ਮੁਸਲਮਾਨ ਨੂੰ, ਠੀਕ ਹੈ। ਅਤੇ ਬੁੱਲੇ ਸ਼ਾਹ ਦੇ ਮਤਲਬ ਕਿਸ ਦੇ ਕਿਰਦਾਰ ਨੂੰ ਨਿੰਦਾ ਹੈ? ਜੋ ਪਾਖੰਡੀ ਹੁੰਦੇ ਹਨ। ਅਤੇ ਉਹ ਕੀ ਕਹਿੰਦੇ ਨੇ? ਪਾਖੰਡੀ ਕਿਸ ਗੱਲ ਤੋਂ ਮੁੱਕਰਦਾ ਹੈ? ਬੇਗਾਨਾ ਹੱਕ ਖਾਣ ਤੋਂ। ਤਾਂ ਕੁਰਾਨ ਜਿਹੜੀ ਪਵਿੱਤਰ ਕੁਰਾਨ ਦੀਆਂ ਝੂਠੀਆਂ ਕਸਮਾਂ ਕੌਣ ਖਾਂਦੇ ਹਨ? ਪਾਖੰਡੀ, ਠੀਕ ਹੈ ਨਾ। ਸੱਚੇ ਜਿਹੜੇ ਮੁਸਲਮਾਨ ਹੁੰਦੇ ਹਨ ਉਹ ਕਦੇ ਵੀ ਕੁਰਾਨ ਦੀ ਝੂਠੀ ਕਸਮ ਨਹੀਂ ਖਾਂਦੇ। ਦਿਲੋਂ ਤੋਬਾ ਨਾ ਕਰਨ ਵਾਲਾ ਜੋ ਇਨਸਾਨ ਹੁੰਦਾ ਹੈ ਉਹ ਕਿਸ ਤੋਂ ਨਹੀਂ ਡਰਦਾ ਬੱਚੋ? ਤਾਂ ਉਹ ਰੱਬ ਤੋਂ ਨਹੀਂ ਡਰਦਾ, ਠੀਕ ਹੈ। ਬੁੱਲੇ ਸ਼ਾਹ ਨੂੰ ਪਾਰ ਲੰਘਾਉਣ ਵਾਲਾ ਕੌਣ ਹੈ? ਮੁਰਸ਼ਿਦ ਇਨਾਇਤ ਸ਼ਾਹ, ਠੀਕ ਹੈ। ਉਹਨਾਂ ਨੂੰ ਪਾਰ ਲੰਘਾਉਣ ਵਾਲੇ ਨੇ, ਅਤੇ ਉਹਨਾਂ ਦੇ ਗੁਰੂ ਦਾ ਨਾਂ ਵੀ ਇਹੀ ਹੈ, ਠੀਕ ਹੈ। ਤਾਂ ਉਲਟੇ ਹੋਰ ਜ਼ਮਾਨੇ ਆਏ ਵਿੱਚ ਬੁੱਲੇ ਸ਼ਾਹ ਕਿਸ ਗੱਲ ਤੋਂ ਪਰੇਸ਼ਾਨ ਹੈ? ਗਿਰਾਵਟ ਭਰੀ ਸਮਾਜਿਕ ਅਵਸਥਾ ਤੋਂ, ਠੀਕ ਹੈ। ਤਾਂ ਉਹਨਾਂ ਨੂੰ ਸੱਚਾ ਰਾਹ ਕਿਹਨਾਂ ਨੇ ਦਿਖਾਇਆ? ਉਹਨਾਂ ਦੇ ਮੁਰਸ਼ਿਦ ਨੇ, ਗੁਰੂ ਨੇ, ਸ਼ਾਹ ਇਨਾਇਤ ਨੇ। ਉਲਟੇ ਹੋਰ ਜ਼ਮਾਨੇ ਆਏ ਵਿੱਚ ਧੱਕੇ ਕਿਹਨਾਂ ਨੂੰ ਪੈਂਦੇ ਹਨ? ਸੱਚਿਆਂ ਨੂੰ। ਅਤੇ ਕਿਹਨਾਂ ਨੂੰ ਕੋਲ ਬਿਠਾਇਆ ਜਾਂਦਾ ਹੈ? ਝੂਠਿਆਂ ਨੂੰ, ਠੀਕ ਹੈ। ਅਤੇ ਘੋੜਿਆਂ ਨਾਲ ਕੀ ਸਲੂਕ ਹੋ ਰਿਹਾ ਹੈ? ਚਾਬਕ ਮਾਰੇ ਜਾਂਦੇ ਨੇ। ਅਤੇ ਕਿਹਨਾਂ ਨੂੰ ਖਾਣੇ ਖਵਾਏ ਜਾਂਦੇ ਨੇ? ਖੋਤਿਆਂ ਨੂੰ। ਅਤੇ ਇਸ ਤੋਂ ਬਾਅਦ ਕੌਣ ਸ਼ਿਕਾਰੀ ਪੰਛੀਆਂ ਨੂੰ ਮਾਰ ਰਿਹਾ ਹੈ? ਅਤੇ ਜਿਹੜੇ ਕਾਂ, ਠੀਕ ਹੈ। ਬੁੱਲੇ ਸ਼ਾਹ ਅਨੁਸਾਰ ਬਾਜ਼ਾਂ ਨੂੰ ਕੌਣ ਖਾ ਰਿਹਾ ਹੈ? ਚਿੜੀਆਂ। ਬੁੱਲੇ ਸ਼ਾਹ ਅਨੁਸਾਰ ਕਿਹੜਾ ਹੁਕਮ ਨਹੀਂ ਮੋੜਿਆ ਜਾ ਸਕਦਾ? ਮਤਲਬ ਧੁਰ ਦਾ, ਪਰਮਾਤਮਾ ਦਾ। ਬੁੱਲੇ ਸ਼ਾਹ ਮਾਟੀ ਕਿਸ ਨੂੰ ਕਹਿੰਦੇ ਨੇ? ਸੰਸਾਰਕ ਪਦਾਰਥਾਂ ਨੂੰ। ਬੁੱਲੇ ਸ਼ਾਹ ਅਨੁਸਾਰ ਕੌਣ ਨੱਚ ਟੱਪ ਰਿਹਾ ਹੈ? ਮਿੱਟੀ। ਹਰ ਪਾਸੇ ਕਿਸ ਚੀਜ਼ ਦਾ ਪਸਾਰਾ ਹੈ? ਮਿੱਟੀ ਦਾ। ਬੁੱਲੇ ਸ਼ਾਹ ਅਨੁਸਾਰ ਦੁਨੀਆ ਦੀ ਗੁਲਜ਼ਾਰ ਹੰਕਾਰ ਪੈਦਾ ਕਰਨ ਵਾਲੀਆਂ ਚੀਜ਼ਾਂ, ਘੋੜਾ, ਜੋੜਾ, ਸਵਾਰ, ਹਥਿਆਰ ਆਦਿ ਸਭ ਕੁਝ ਕੀ ਹੈ? ਮਿੱਟੀ। ਬੁੱਲੇ ਸ਼ਾਹ ਅਨੁਸਾਰ ਕਿਹੜੀ ਮਿੱਟੀ ਵਧੇਰੇ ਹੋਣ 'ਤੇ ਮਨੁੱਖ ਹੰਕਾਰ ਕਰਦਾ ਹੈ? ਸੰਸਾਰਕ ਪਦਾਰਥਾਂ ਦੀ ਮਿੱਟੀ। ਬੁੱਲੇ ਸ਼ਾਹ ਕਿਹੜੀ ਬੁਝਾਰਤ ਬੁੱਝਣ ਲਈ ਕਹਿੰਦਾ ਹੈ ਕਿ ਮਨੁੱਖੀ ਸਰੀਰ ਮਿੱਟੀ ਹੈ? ਜਿਸ ਮਨੁੱਖ ਕੋਲ ਸੰਸਾਰਿਕ ਪਦਾਰਥਾਂ ਦੀ ਬਹੁਤੀ ਮਿੱਟੀ ਹੁੰਦੀ ਹੈ ਉਹ ਡੈਸ਼ ਹੁੰਦਾ ਹੈ, ਠੀਕ ਹੈ, ਹੰਕਾਰੀ। ਬੁੱਲੇ ਸ਼ਾਹ ਅਨੁਸਾਰ ਕੁਝ ਸਮਾਂ ਹੱਸਣ ਖੇਡਣ ਮਗਰੋਂ ਅੰਤ ਮਨੁੱਖ ਕੀ ਬਣ ਜਾਂਦਾ ਹੈ? ਮਿੱਟੀ। ਬੁੱਲੇ ਸ਼ਾਹ ਅਨੁਸਾਰ ਮਿੱਟੀ ਦਾ ਮਨੁੱਖ ਮਰਨ ਮਗਰੋਂ ਕੀ ਬਣ ਜਾਂਦਾ ਹੈ? ਉਹ ਵੀ ਮਿੱਟੀ ਬਣਦਾ ਹੈ। ਮਾਟੀ ਕੁਦਮ ਕਰੇਂਦੀ ਯਾਰ ਵਿੱਚ ਜਿਹੜੀ ਕਾਫੀ ਹੈ ਉਸ ਦੇ ਵਿੱਚ ਬੁੱਲੇ ਸ਼ਾਹ ਕੀ ਵਰਣਨ ਕਰਦੇ ਹਨ? ਸੰਸਾਰ ਜਿਹੜਾ ਇੱਕ ਨਾਸ਼ਮਾਨ ਹੈ, ਖਤਮ ਹੋਣ ਵਾਲਾ ਹੈ। ਬੁੱਲੇ ਸ਼ਾਹ ਨੇ ਕਿਸ ਨੂੰ ਪਾਇਆ ਹੈ? ਰੱਬ ਨੂੰ। ਕਿਸ ਨੇ ਬੁੱਲੇ ਸ਼ਾਹ ਦੀ ਅਲਖ ਜਗਾਈ ਹੈ ਜਾਂ ਅਲਖ ਲਿਖਾਇਆ ਹੈ? ਸਤਿਗੁਰ ਨੇ, ਮੁਰਸ਼ਿਦ ਨੇ, ਉਹਨਾਂ ਦੇ ਗੁਰੂ ਜੀ ਨੇ। ਅਤੇ ਬੁੱਲੇ ਸ਼ਾਹ ਨੇ ਕਿਸ ਤੋਂ ਕੁਝ ਪ੍ਰਾਪਤ ਕੀਤਾ ਹੈ? ਸਤਿਗੁਰ ਤੋਂ। ਬੁੱਲੇ ਸ਼ਾਹ ਨੂੰ ਰੱਬ ਕਿੱਥੇ ਦਿਸਦਾ ਹੈ? ਹਰ ਥਾਂ। ਬੁੱਲੇ ਸ਼ਾਹ ਨੂੰ ਆਪੇ ਵਿੱਚ ਡੈਸ਼ ਛਿਪਿਆ ਦਿਸਦਾ ਹੈ? ਪਰਮਾਤਮਾ। ਅਤੇ ਖਾਲੀ ਥਾਵਾਂ ਬੱਚੋ, ਸੱਚ ਆਖਿਆ ਡੈਸ਼ ਮੱਚਦਾ ਏ ਭਾਂਬੜ, ਕੌਂ ਲਗੜਾ ਨੂੰ ਮਾਰਨ ਲੱਗੇ ਡੈਸ਼ ਜੁਰਰੇ ਖਾਏ, ਠੀਕ ਹੈ, ਚਿੜੀਆਂ। ਇਰਾਕੀਆਂ ਨੂੰ ਚਾਬਕ ਪੈਂਦੇ ਡੈਸ਼ ਖੁਦ ਪਵਾਏ, ਠੀਕ ਹੈ, ਤਾਂ ਗੱਦੋਂ। ਫਿਰ ਉਸ ਤੋਂ ਬਾਅਦ ਆ ਗਿਆ ਬੱਚੋ, ਅਗਲੇ ਜਾਂ ਬੰਗਾਲੇ ਬੈਠੇ ਡੈਸ਼ ਫਰਸ਼ ਪਿਛਲਿਆਂ, ਠੀਕ ਹੈ। ਅਤੇ ਫਿਰ ਸੱਚਿਆਂ ਨੂੰ ਹੁਣ ਮਿਲਦੇ ਧੱਕੇ ਡੈਸ਼ ਕੋਲ ਬਹਾਏ ਝੂਠੇ। ਅਤੇ ਬੱਚੋ ਠੀਕ ਹੈ, ਇਸ ਤੋਂ ਬਾਅਦ ਆ ਗਿਆ ਕਿਹੜਾ ਕਥਨ ਸਹੀ ਹੈ, ਗਲਤ ਹੈ। ਅਤੇ ਸੱਚ ਸੁਣ ਕੇ ਹਰ ਇੱਕ ਦੇ ਮਨ ਵਿੱਚ ਗੁੱਸੇ ਦਾ ਭਾਂਬੜ ਮੱਚ ਉੱਠਦਾ ਹੈ, ਸਹੀ। ਬੁੱਲੇ ਸ਼ਾਹ ਨੇ ਆਪਣੀਆਂ ਕਾਫੀਆਂ ਵਿੱਚ ਸ਼ਰ੍ਹਾ ਦੀਆਂ ਧੱਜੀਆਂ ਉਡਾਈਆਂ ਹਨ, ਠੀਕ ਹੈ ਨਾ, ਮਤਲਬ ਝੂਠੀਆਂ ਪਖੰਡੀਆਂ ਦੀਆਂ ਧੱਜੀਆਂ, ਮਤਲਬ ਜਿਹੜੇ ਪਖੰਡੀ ਲੋਕ ਨੇ, ਹਾਂਜੀ। ਤਾਂ ਸੰਸਾਰ ਰੂਪੀ ਫੁਲਵਾੜੀ ਜਿਹੜੀ ਮਿੱਟੀ ਦੀ ਨਹੀਂ ਬਣੀ ਹੋਈ, ਗਲਤ ਹੈ। ਤਾਂ ਸ਼ੇਖ ਫਰੀਦ, ਸ਼ਾਹ ਹੁਸੈਨ, ਬੁੱਲੇ ਸ਼ਾਹ, ਸੁਲਤਾਨ ਬਾਹੂ ਅਲੀ ਹਾਸ਼ਮ ਸ਼ਾਹ ਕਿਸ ਕਾਵਿਧਾਰਾ ਦੇ ਕਵੀ ਸਨ? ਸੂਫੀ ਕਾਵਿਧਾਰਾ ਦੇ। ਸੂਫੀ ਕਾਵਿਧਾਰਾ ਦੇ ਕਿਸੇ ਇੱਕ ਕਵੀ ਦਾ ਨਾਂ ਦਿਓ। ਬੁੱਲੇ ਸ਼ਾਹ। ਬੁੱਲੇ ਸ਼ਾਹ ਦਾ ਜਨਮ ਕਦੋਂ ਹੋਇਆ? 1680। ਬੁੱਲੇ ਸ਼ਾਹ ਕਿਸ ਰਚਨਾ ਦੇ ਪ੍ਰਸਿੱਧ
ਜਿਹੜੀਆਂ ਰਚਨਾਵਾਂ ਨੇ ਉਹਨਾਂ ਦੀ ਕਿਹੜੀਆਂ ਨੇ ਸੂਫੀ ਕਾਵਿ ਦੇ ਵਿੱਚ ਹੈਗੇ ਨੇ, ਪਰ ਰਚਨਾਵਾਂ ਉਹਨਾਂ ਦੀਆਂ ਕਾਫੀਆਂ ਬਹੁਤ ਪ੍ਰਸਿੱਧ ਹੋਈਆਂ ਨੇ। ਤੇ ਬੱਚੋ ਇਹ ਸਨ ਰਚਨਾਵਾਂ ਬੁੱਲੇ ਸ਼ਾਹ ਜੀ ਦੀਆਂ, ਅਤੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਸਮਝ ਆਈਆਂ ਹੋਣਗੀਆਂ ਬੱਚੋ। ਸੁਣਨ ਅਤੇ ਸਮਝਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਉਚਾਰਨ ਦੇ ਦੌਰਾਨ ਅਗਰ ਕੋਈ ਗਲਤੀਆਂ ਹੋਈਆਂ ਹੋਣ ਤਾਂ ਮੈਂ ਖਿਮਾ ਦੀ ਯਾਚਕ ਹਾਂ। ਧੰਨਵਾਦ ਬੱਚੋ।